ਸਤਨਾਮ ਸ੍ਰੀ ਵਾਹਿਗੁਰੂ ਜੀ। ਮਹੱਲਾ ਪਹਿਲਾ। ਕੁਦਰਤ ਦਿਸਾ ਕੁਦਰਤ ਸੁਣੀਐ, ਕੁਦਰਤ ਕਹੋ ਸੁਖ ਸਾਰ। ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ। ਕੁਦਰਤ ਦਿਸਾ ਕੁਦਰਤ ਸੁਣੀਐ, ਕੁਦਰਤ ਕਹੋ ਸੁਖ ਸਾਰ। ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ। ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀਅ ਜਹਾਨ। ਕੁਦਰਤ ਨੇਕੀਆ ਕੁਦਰਤ ਬਦੀਆ, ਕੁਦਰਤ ਮਾਨ ਅਭਿਮਾਨ। ਕੁਦਰਤ ਪਾਉਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਹੀ ਪਾਕ। ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਹੀ ਪਾਕ। ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ, ਦੀਨਾ ਬੰਧੂ, ਕਿਰਪਾ ਦੇ ਸਾਗਰ, ਪਤਿਤ ਪਾਵਨ, ਜਾਗਦੀ ਜੋਤ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੇ ਤਰਸ ਸਦਕਾ ਆਪ ਜੀ ਸਤ ਸੰਗਤ ਦੀਆਂ ਘੜੀਆਂ ਦਾ ਸੁਖ ਮਾਣ ਰਹੇ ਹੋ। ਸਤ ਸੰਗਤ ਵੀ ਐਸੇ ਪਵਿੱਤਰ ਸਥਾਨ ਤੇ ਜਿੱਥੇ ਬਾਜਾਂ ਵਾਲੇ ਸਤਿਗੁਰਾਂ ਜੀ ਦੇ ਚਰਨ ਪਏ। ਸਤਿਗੁਰਾਂ ਜੀ ਨੇ ਮਹਾਨ ਤਪੱਸਿਆ ਸਾਧਨਾ ਕੀਤੀ। ਹਜ਼ੂਰ ਨੇ ਆਪਣੇ ਸਰਗੁਣ ਸਰੂਪ ਦੇ ਅੰਤਲੇ ਸਮੇਂ ਇਸ ਅਸਥਾਨ ਨੂੰ ਪ੍ਰਗਟ ਕਰਕੇ ਆਪਣੇ ਖਾਲਸੇ ਨੂੰ ਸੌਂਪਿਆ। ਲੰਗਰ ਚਲਾਉਣ ਦੀ ਮਹਾਰਾਜ ਆਗਿਆ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ। ਮਹਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਯਾਤਰਾ ਕਰਦੇ ਹੋਏ ਦਰਸ਼ਨ ਦੀਦਾਰ ਕਰ ਰਹੇ ਹੋ। ਮਹਾਰਾਜ ਜੀ ਦੀ ਤਰਨ ਧੂੜ ਨੂੰ ਪਰਸ ਰਹੇ ਹੋ। ਸਤਿਗੁਰੂ ਜੀ ਦੇ ਪਵਿੱਤਰ ਦਰਬਾਰ ਅੰਦਰ ਅੰਮ੍ਰਿਤ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ
ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਮਨ ਇਕਾਗਰ ਕਰਕੇ ਸਰਵਣ ਕਰੀਏ। ਹਜ਼ੂਰ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਹੱਲਾ ਪਹਿਲਾ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਆਸਾ ਦੀ ਵਾਰ ਦਾ ਇਹ ਤੀਸਰਾ ਸ਼ਬਦ ਮਹਾਰਾਜ ਤੀਸਰਾ ਸ਼ਲੋਕ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹੈ। ਮਹਾਰਾਜ ਜੀ ਨੇ ਸ਼ੇਖ ਬ੍ਰਹਮ ਜੀ ਦੇ ਪੁੱਛਣ ਤੋਂ ਕਿ ਮਹਾਰਾਜ ਵਿਸਮਾਦ ਕੀ ਹੈ, ਸਤਿਗੁਰਾਂ ਜੀ ਨੇ ਦੱਸਿਆ ਕਿ ਸ਼ੇਖ ਬ੍ਰਹਮ ਸਭ ਕੁਝ ਹੀ ਵਿਸਮਾਦ ਰੂਪ ਹੈ। ਜਦੋਂ ਵਾਹਿਗੁਰੂ ਦੇ ਪਿਆਰ ਵਿੱਚ ਕੋਈ ਪ੍ਰਾਣੀ ਜੁੜ ਜਾਂਦਾ ਏ ਸਾਧ ਸੰਗਤ ਜੀ, ਉਹਨੂੰ ਇਹ ਅਸਚਰਜ ਕਲਾ ਵਰਤਦੀ ਹੈ। ਮਹਾਰਾਜ ਜੀ ਨੇ ਆਖਿਆ ਨਾ ਵੇਖ ਵਿਡਾਣ ਰਹਿਆ ਵਿਸਮਾਦ। ਇਸ ਅਸਚਰਜ ਸਰੂਪ ਦੇ ਉਸ ਝਲਕਾਰੇ ਨੂੰ ਵੇਖ ਕਰਕੇ ਜੀਵ ਉਸ ਸਮੇਂ ਬਿਸਮ ਹੋ ਜਾਂਦਾ ਹੈ, ਵਿਸਮਾਦ ਹੋ ਜਾਂਦਾ ਹੈ। ਉਸ ਵਿਸਮਾਦ ਅਵਸਥਾ ਨੂੰ ਸ਼ਬਦਾਂ ਨਾਲ ਨਹੀਂ ਕਿਹਾ ਜਾਂਦਾ। ਉਹ ਤਾਂ ਪ੍ਰੇਮੀ ਵਾਹਿਗੁਰੂ ਦੀ ਸਾਖਿਆਤਾ ਦਾ ਸੁੱਖ ਮਾਣਦੇ ਹੋਏ ਉਹਦੇ ਵਿੱਚ ਲਵਲੀਨ ਹੋ ਜਾਂਦੇ ਹੈ। ਬੂੰਦ ਸਾਗਰ ਵਿੱਚ ਮਿਲ ਜਾਂਦੀ ਹੈ ਤੇ ਉਹਦਾ ਭਾਵ ਨਹੀਂ ਰਹਿੰਦਾ, ਉਹਦੀ ਹਸਤੀ ਮਿਟ ਜਾਂਦੀ ਹੈ, ਉਹ ਸਾਗਰ ਹੋ ਜਾਂਦੀ ਹੈ। ਜੀਵ ਨਹੀਂ ਰਹਿੰਦਾ, ਵਿਸਮਾਦ ਦੇ ਨਾਲ ਬ੍ਰਹਮ ਹੋ ਜਾਂਦਾ ਹੈ। ਸਤਿਗੁਰਾਂ ਜੀ ਨੇ ਵਿਸਮਾਦ ਦਿਖਾਇਆ ਸ਼ੇਖ ਬ੍ਰਹਮ ਜੀ ਨੂੰ ਕਿ ਜੋ ਵੀ ਨਾਦ ਪੂਰਿਆ ਜਾ ਰਿਹਾ ਹੈ ਇਹ ਸਭ ਸ਼ੇਖ ਬ੍ਰਹਮ ਜੀ ਵਿਸਮਾਦ ਰੂਪ ਹੈ। ਉਸ ਅਵਸਥਾ ਵਿੱਚ ਮਹਾਰਾਜ ਜੀ ਨੇ ਕਿਹਾ ਕਿ ਇਹ ਪੈਦਾ ਕੀਤੇ ਹੋਏ ਜੀਵ ਵੀ ਵਿਸਮਾਦ ਹੀ ਹੈ। ਇਹ ਅੱਗ, ਪੌਣ, ਪਾਣੀ, ਹਵਾ ਸਭ ਵਿਸਮਾਦ ਹੈ। ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਵਿਸਮਾਦ ਦਾ ਝਲਕਾਰਾ ਦਿੱਤਾ ਸ਼ੇਖ ਬ੍ਰਹਮ ਜੀ ਨੂੰ, ਫਿਰ ਸਤਿਗੁਰਾਂ ਦੇ ਸਾਹਮਣੇ ਬੇਨਤੀ ਕੀਤੀ ਗਰੀਬ ਨਵਾਜ ਇਹ ਸਾਰਾ ਪਸਾਰਾ ਹੈਗਾ ਤਾਂ ਜੜ ਰੂਪ ਹੈ, ਪਰ ਮਹਾਰਾਜ ਇਹਦੇ ਵਿੱਚ ਹਰਕਤ ਕਿਵੇਂ ਹੋ ਰਹੀ ਹੈ, ਇਹ ਕਿਰਪਾ ਕਰਕੇ ਦੱਸੋ। ਤਾਂ ਸਤਿਗੁਰੂ ਜੀ ਸ਼ੇਖ ਬ੍ਰਹਮ ਜੀ ਦਾ ਇਹ ਪ੍ਰਸ਼ਨ ਸੁਣ ਕਰਕੇ ਮਹਾਰਾਜ ਜੀ ਅੱਗੇ ਮਹੱਲੇ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੋਏ ਹਜ਼ੂਰ ਉੱਤਰ ਦਿੰਦੇ ਆ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗਰੀਬ ਨਵਾਜ ਜੀ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਹਜ਼ੂਰ ਫਰਮਾਉਂਦੇ ਆ। ਕੁਦਰਤ ਦਿਸਾ ਕੁਦਰਤ ਸੁਣੀਆ। ਸਾਧ ਸੰਗਤ ਜੀ ਇਹ ਜੋ ਪਸਾਰਾ ਹੈ ਨਾ ਸਾਰਾ, ਸਤਿਗੁਰੂ ਜੀ ਕਹਿੰਦੇ ਨੇ ਕੁਦਰਤ ਕਿਹਨੂੰ ਕਹਿੰਦੇ ਆ? ਸ਼ਕਤੀ ਨੂੰ ਕਹਿੰਦੇ ਆ। ਸ਼ਕਤੀ ਕੀ ਹੈ? ਮਾਇਆ। ਮਹਾਰਾਜ ਜੀ ਸਤਿਗੁਰੂ ਜੀ ਫਰਮਾਉਂਦੇ ਹੈ ਕਿ ਇਹ ਸਾਰਾ ਕੁਝ ਜਿੰਨੇ ਵੀ ਆਕਾਰ ਦਿਸ ਰਹੇ ਹੈ ਇਹ ਸਭ ਮਾਇਆ ਕਰਕੇ, ਕੁਦਰਤ ਕਰਕੇ ਹੀ ਪ੍ਰਤੀਤ ਹੋ ਰਹੇ ਹੈ। ਵਾਹਿਗੁਰੂ ਜੀ ਦੀ ਕੁਦਰਤ ਹੈ, ਸ਼ਕਤੀ ਹੈ, ਜਿਸ ਕਰਕੇ ਇਹ ਸਾਰਾ ਪਸਾਰਾ ਹੋਂਦ ਵਿੱਚ ਆ ਕੇ ਤੇ ਦਿਸ ਰਿਹਾ ਹੈ। ਇੱਕ ਅਧਿਆਤਮਕ ਰਮਾਇਣ ਹੈ, ਉਹਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਦੇ ਮੁਖ ਤੋਂ ਹਨੂਮਾਨ ਨੂੰ ਉਪਦੇਸ਼ ਹੈ ਕਿ ਹੇ ਹਨੂਮਾਨ, ਮੈਂ ਹੀ ਸੀਤਾ ਦਾ ਰੂਪ ਧਾਰਿਆ ਹੋਇਆ ਹੈ, ਮਾਇਆ ਰੂਪ ਵਿੱਚ ਆ ਕਰਕੇ
ਤੇ ਅੱਗੇ ਸੀਤਾ ਨੇ ਹੀ ਮਾਇਆ ਰੂਪ ਵਿੱਚ ਲਛਮਣ ਦਾ, ਭਰਤ ਦਾ, ਜਿੰਨੇ ਵੀ ਤੈਨੂੰ ਆਕਾਰ ਦਿਸ ਰਹੇ ਐ, ਇਹ ਸਭ ਅੱਗੇ ਮਾਇਆ ਨੇ ਹੀ ਧਾਰਨ ਕੀਤੇ ਹੋਏ ਐ। ਤੇ ਫਿਰ ਅਸੀਂ ਇਸ ਸਾਰੇ ਹੀ ਰੂਪਾਂ ਨੂੰ ਜਦੋਂ ਮੇਟਦੇ ਹਾਂ ਤੇ ਇੱਕ ਰੂਪ ਹੀ ਹਾਂ। ਇਹ ਸਾਰਾ ਉਸ ਬੜੇ ਵੱਡੇ ਗ੍ਰੰਥ ਵਿੱਚ ਆਕਾਰ ਮਾਇਆ ਦੇ ਜਿਹੜੇ ਉਹ ਸਿੱਧ ਕੀਤੇ ਵਿਖਾਏ ਐ। ਹਜ਼ੂਰ ਇੱਕ ਹੀ ਸ਼ਲੋਕ ਦੇ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਸਾਰਾ ਅਧਿਆਤਮਕ ਰਮਾਇਣ ਦਾ ਜਿਹੜਾ ਨਿਚੋੜ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੱਸਦੇ ਐ। ਗਰੀਬ ਨਵਾਜ ਕਹਿੰਦੇ ਨੇ, ਹੇ ਸ਼ੇਖ ਬ੍ਰਹਮ, ਇਹ ਜੋ ਹਰਕਤ ਹੋ ਰਹੀ ਹੈ ਨਾ, ਇਹ ਪਰਮੇਸ਼ਰ ਦੀ ਕੁਦਰਤ ਕਰਕੇ ਹੋ ਰਹੀ ਹੈ। ਸਤ ਸੰਗਤ ਜੀ, ਕਈ ਇਉਂ ਖਿਆਲ ਦਿੰਦੇ ਆਪਣੀ ਮਤ ਮੁਤਾਬਕ ਕਿ ਕੁਦਰਤ ਹੀ ਪਰਮੇਸ਼ਰ ਹੈ। ਮਹਾਰਾਜ ਜੀ ਨੇ ਇਸ ਸ਼ਲੋਕ ਵਿੱਚ ਦੱਸਿਆ ਹੈ ਕਿ ਉਹ ਕਾਦਰ ਹੈ, ਤੇ ਜਿਹੜਾ ਕਾਦਰ ਹੈ ਨਾ, ਉਹਦੀ ਕੁਦਰਤ ਹੈ। ਹੁਣ ਮਹਾਰਾਜ ਜੀ ਨਾ ਬਾਣੀ ਵਿੱਚ ਕਹਿੰਦੇ ਨਾ, ਕੁਦਰਤ ਕਰਕੇ ਵਸਿਆ ਸੋਏ, ਵੀ ਕੁਦਰਤ ਕਰਕੇ ਉਹ ਪ੍ਰਤੀਤ ਹੁੰਦਾ ਹੈ। ਤੇ ਜਦੋਂ ਗੁਰੂ ਸ਼ਬਦ ਦਾ ਅਭਿਆਸ ਕਰੀਦਾ ਹੈ, ਫਿਰ ਸਾਧ ਸੰਗਤ ਜੀ ਕੁਦਰਤੀ ਨਜ਼ਾਰੇ ਜਿਹੜੇ ਆ ਉਹ ਝਲਕਾਰੇ ਪੈਂਦੇ ਆ। ਤੇ ਜਦੋਂ ਵਾਹਿਗੁਰੂ ਜੀ ਆਪਣਾ ਸਰੂਪ ਸਾਖਿਆਤ ਕਰਦੇ ਆ, ਫਿਰ ਸਾਧ ਸੰਗਤ ਜੀ ਉਹ ਐਸਾ ਯਥਾਰਥ ਗਿਆਨ ਹੈ, ਉੱਥੇ ਫਿਰ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ। ਕਿਉਂਕਿ ਭਲਾ ਤਾਂ ਓਨਾ ਚਿਰ ਹੀ ਹੈ ਨਾ ਜਿੰਨਾ ਚਿਰ ਕੋਈ ਬੁਰੇ ਦਾ ਭਾਵ ਹੈ, ਦਿਨ ਤਾਂ ਓਨਾ ਚਿਰ ਹੀ ਹੈ ਨਾ ਜਿੰਨਾ ਚਿਰ ਇਹਦੇ ਬਰਾਬਰ ਰਾਤ ਹੈ। ਉੱਥੇ ਫਿਰ ਭਲਾ ਬੁਰਾ ਕੁਛ ਵੀ ਨਹੀਂ ਹੈ। ਜਦੋਂ ਯਥਾਰਥ ਗਿਆਨ ਪ੍ਰਾਪਤ ਹੋ ਜਾਂਦਾ ਹੈ, ਅਨੁਭਵੀ ਗਿਆਨ ਹੋ ਜਾਂਦਾ ਹੈ ਨਾ, ਉੱਥੇ ਫਿਰ ਸਾਧ ਸੰਗਤ ਜੀ ਕੋਈ ਠਾਕੁਰ ਨਹੀਂ, ਕੋਈ ਚੇਲਾ ਨਹੀਂ, ਕੋਈ ਮਨਮੁਖ ਨਹੀਂ, ਕੋਈ ਗੁਰਮੁਖ ਨਹੀਂ, ਉਹ ਤਾਂ ਫਿਰ ਉੱਥੇ ਸੁੱਧ ਰੂਪ ਹੈ ਆਪਣੇ ਆਪ ਤੋਂ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਜੜ ਪਸਾਰਾ ਹੈ ਨਾ, ਇਹ ਪਰਮੇਸ਼ਰ ਦੀ ਕੁਦਰਤ ਕਰਕੇ ਹਰਕਤ ਕਰ ਰਿਹਾ ਹੈ। ਹਜ਼ੂਰ ਫਰਮਾਉਂਦੇ ਆ, ਕੁਦਰਤ ਦਿਸਾ। ਮਹਾਰਾਜ ਕਹਿੰਦੇ ਨੇ ਕੁਦਰਤ ਸ਼ਕਤੀ ਕਰਕੇ ਹੀ ਜੀਆਂ ਨੂੰ ਦਿਖਾਈ ਦਿੰਦਾ ਹੈ। ਜਿਹੜੀ ਵਿੱਚ ਨਿਗਾਹ ਨਾ ਵੇਖਣ ਵਾਲੀ, ਇਹ ਸਾਧ ਸੰਗਤ ਜੀ ਪਰਮੇਸ਼ਰ ਦੀ ਸ਼ਕਤੀ ਕਰਕੇ ਵੇਖ ਰਿਹਾ ਹੈ ਜੀਵ। ਇਹ ਜੋਤ ਹੈ ਜਿਹੜੀ, ਵੇਖ ਲਓ ਕਈਆਂ ਦੀਆਂ ਅੱਖਾਂ ਸਲਾਮਤ ਹੁੰਦੀਆਂ ਬਿਲਕੁਲ, ਤੇ ਡਾਕਟਰ ਕਹਿ ਦਿੰਦੇ ਆ ਕਿ ਪਿੱਛੇ ਜੋਤ ਹੀ ਹੈ ਨਹੀਂ, ਤੇ ਉਹ ਕੋਈ ਇਲਾਜ ਨਹੀਂ ਫਿਰ ਉਹਦਾ। ਜਿਹਨੂੰ ਕੋਈ ਹੋਰ ਔਰ ਹੋਵੇ, ਰੋਗ ਹੋਵੇ, ਡਾਕਟਰ ਉਹਦਾ ਇਲਾਜ ਕਰ ਦਿੰਦੇ ਆ, ਪਰ ਪਿੱਛੇ ਜਿਹਦੇ ਜੋਤ ਨਾ ਹੋਵੇ ਉਹ ਫਿਰ ਵੇਖ ਨਹੀਂ ਸਕਦਾ। ਉਹ ਡੇਲੇ ਪਥਰਾਈ ਜਾਂਦੇ, ਫਿਰ ਕੀ ਵੇਖਦੇ ਹੀ ਨਹੀਂ, ਉਹ ਤਾਂ ਕੁਝ ਨਹੀਂ ਦਿਸਦਾ। ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਕਿਹਾ ਨਾ ਕਿ ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਨਿਗਾਹ ਨਾਲ ਵੇਖ ਤਾਂ ਸਹੀ, ਵਾਹਿਗੁਰੂ ਹੀ ਹੈ ਜਿਹਨੇ ਤੇਰੇ ਅੰਦਰ ਜੋਤ ਧਰੀ ਹੈ ਨਾ, ਜਿਹਦੀ ਸ਼ਕਤੀ ਕਰਕੇ ਤੂੰ ਵੇਖ ਰਿਹਾ ਹੈ, ਉਹ ਆਪ ਹੀ ਹੈ ਵਿੱਚ ਬੈਠਾ ਹੋਇਆ। ਨਿਗਾਹ ਆਪਣੇ ਆਪ ਨੂੰ ਸ਼ੀਸ਼ਾ ਹੋਵੇ ਤੇ ਫਿਰ ਹੀ ਅੱਖਾਂ ਵੇਖ ਪਾਉਂਦੀਆਂ ਨੇ, ਉਸ ਤਰ੍ਹਾਂ ਤਾਂ ਅੱਖਾਂ ਨਹੀਂ ਵੇਖ ਪਾਉਂਦੀਆਂ ਹਨ। ਇਸ ਤਰ੍ਹਾਂ ਗੁਰੂ ਸ਼ਬਦ ਦੇ ਦਰਪਣ ਨਾਲ ਜਦੋਂ ਵੇਖੀਏ ਨਾ, ਤੇ ਫਿਰ ਆਪਣਾ ਆਪ ਦਿਸਦਾ ਹੈ ਕਿ ਉਹ ਮੈਂ ਤਾਂ ਬ੍ਰਹਮ ਰੂਪ ਹਾਂ। ਗੁਰੂ ਸਾਹਿਬ ਦੇ ਸ਼ਬਦ ਦੇ ਆਇਨੇ ਵਿੱਚ ਦੀ ਸਾਡੀ ਇਹ ਨਿਗਾਹ, ਕਿਉਂਕਿ ਇਹ ਨਿਗਾਹ ਕੁਦਰਤ ਦੁਆਰਾ ਸਾਨੂੰ ਦਿਖਾ ਰਹੀ ਹੈ। ਕੁਦਰਤ ਹੈ, ਇਹ ਸ਼ਕਤੀ ਹੈ ਜਿਹੜੀ ਸਾਡੀ ਨਿਗਾਹ ਦੀ ਸ਼ਕਤੀ ਹੈ। ਤੇ ਮਹਾਰਾਜ ਜੀ ਕਹਿੰਦੇ ਕੁਦਰਤ ਦਿਸੈ, ਇਹ ਕੁਦਰਤ ਕਰਕੇ ਸ਼ਕਤੀ ਕਰਕੇ ਸ਼ੇਖ ਬ੍ਰਹਮ ਇਹ ਜੀਆਂ ਨੂੰ ਦਿਖਾਈ ਦੇ ਰਿਹਾ ਹੈ। ਜੋ ਦਿਸਣ ਵਿੱਚ ਜੋ ਆ ਰਿਹਾ ਸਭ ਕੁਦਰਤ ਸ਼ਕਤੀ ਕਰਕੇ ਹੈ। ਕੁਦਰਤ ਸੁਣੀਆ। ਤੇ ਫਿਰ ਜਿਹੜਾ ਸੁਣਨ ਦੀ ਸ਼ਕਤੀ ਹੈ ਕੰਨਾਂ ਵਿੱਚ, ਗਲੀਆਂ ਤੇ ਬੋਲਿਆਂ ਦੇ ਵੀ ਹੁੰਦੀਆਂ ਹੀ ਹੈ, ਤੇ ਪਰ ਉਹਨਾਂ ਨੂੰ ਸੁਣਦਾ ਹੀ ਨਹੀਂ। ਕਹਿੰਦੇ ਅੰਦਰ ਸੁਣਨ ਦੀ ਸ਼ਕਤੀ ਮੁੱਕ ਗਈ ਹੈ। ਕੁਦਰਤ ਸ਼ਕਤੀ ਕਰਕੇ ਹੀ ਮਹਾਰਾਜ ਕਹਿੰਦੇ ਭਾਈ ਜਿਹੜਾ ਨਾ ਨਾਦ ਸ਼ਬਦ ਇਹ ਸੁਣਾਈ ਦੇ ਰਿਹਾ, ਆਵਾਜ਼ ਜਿਹੜੀ ਹੈ ਸੁਣਾਈ ਦਿੰਦੀ ਹੈ ਜੀਆਂ ਨੂੰ, ਇਹ ਕੁਦਰਤ ਕਰਕੇ ਸ਼ਕਤੀ ਕਰਕੇ ਮਹਾਰਾਜ ਕਹਿੰਦੇ ਭਾਈ ਸੁਣਾਈ ਦੇ ਰਹੀ ਹੈ। ਕੁਦਰਤ ਭਉ ਸੁਖ ਸਾਰ।
ਤੇ ਕੁਦਰਤ ਸ਼ਕਤੀ ਕਰਕੇ ਹੀ ਵਾਹਿਗੁਰੂ ਦਾ ਭਾਉ ਡਰ ਪੈ ਜਾਂਦਾ ਹੈ। ਜਿਹਦੇ ਅੰਦਰ ਭੈ ਪੈਂਦਾ ਨਾ ਪਰਮੇਸ਼ਰ ਦੀ ਕੁਦਰਤ ਕਰਕੇ, ਜਦੋਂ ਸਾਧ ਸੰਗਤ ਜੀ ਕੁਦਰਤ ਦੇ ਪਿੱਛੇ ਵੇਖਦਾ ਹੈ, ਕੁਦਰਤ ਕੀ ਹੈ? ਤਸਵੀਰ ਹੈ। ਤੇ ਤਸਵੀਰ ਤਾਂ ਸਾਧ ਸੰਗਤ ਜੀ ਚਿੱਤਰਕਾਰ ਨਹੀਂ ਨਾ ਹੁੰਦਾ, ਚਿੱਤਰਕਾਰ ਦੀ ਬਣਾਈ ਹੋਈ ਤਸਵੀਰ ਹੈ, ਪਰ ਚਿੱਤਰਕਾਰ ਤਾਂ ਆਪ ਹੋਰ ਹੈ ਨਾ। ਇਸ ਤਰ੍ਹਾਂ ਇਹ ਕੁਦਰਤ ਨਿਰੰਕਾਰ ਦੀ ਬਣਾਈ ਹੋਈ ਸੁੰਦਰ ਤਸਵੀਰ ਹੈ ਤੇ ਆਪ ਕਾਦਰ ਉਹਦੇ ਪਿੱਛੇ ਆਪਣੇ ਆਪ ਨੂੰ ਲੁਕਾਇਆ ਹੋਇਆ ਉਸਨੇ। ਮਹਾਰਾਜ ਜੀ ਨੇ ਇਸੇ ਕਰਕੇ ਕਿਹਾ ਕਿ ਭਾਈ ਇਹ ਕੁਦਰਤ ਦੇ ਵਿੱਚ ਹੀ ਪਰਮੇਸ਼ਰ ਵਸਿਆ ਹੋਇਆ, ਉਹਨੂੰ ਪਛਾਨਣਾ ਕਰ। ਤੇ ਜਿਹੜੇ ਸਾਧ ਸੰਗਤ ਜੀ ਵੇਖੋ ਵਰਨੇ ਵਗਦਿਆਂ ਹੋਇਆਂ ਝਰਨਿਆਂ ਨੂੰ ਜਾਂ ਸਮੁੰਦਰ ਨੂੰ, ਜਿੱਥੇ ਜਿਵੇਂ ਕੁਦਰਤੀ ਨਜ਼ਾਰੇ ਹੁੰਦੇ ਆ ਪ੍ਰਕਿਰਤੀ ਦੇ, ਕਹਿੰਦੇ ਇਹੀ ਰੱਬ ਹੈ। ਉਹਨਾਂ ਮੂਰਖਾਂ ਨੂੰ ਸਤਿਗੁਰੂ ਜੀ ਦੀ ਆਸਾ ਦੀ ਵਾਰ ਦੀ ਬਾਣੀ ਵੀ ਨਹੀਂ ਪਤਾ। ਇਹ ਕੁਦਰਤ ਦਾ ਝਲਕਾਰਾ ਉਹ ਸਾਧ ਸੰਗਤ ਜੀ ਉਹਦੀ ਸ਼ਕਤੀ ਕਰਕੇ ਪੈ ਰਿਹਾ ਹੈ। ਤੇ ਪਿੱਛੇ ਜੇ ਕੋਈ ਤਸਵੀਰ ਦੀ ਸਿਫਤ ਕਰੀ ਜਾਵੇ ਕਿ ਬੜੀ ਸੋਹਣੀ ਹੈ, ਬੜੀ ਸੋਹਣੀ ਹੈ, ਤੇ ਪਿੱਛੇ ਜਿਹੜਾ ਤਸਵੀਰ ਬਣਾਉਣ ਵਾਲਾ ਚਿੱਤਰਕਾਰ ਹੈ ਉਹਦੀ ਸਿਫਤ ਕਰੇ ਹੀ ਨਾ, ਉਹਨੂੰ ਪਹਿਚਾਣੇ ਹੀ ਨਾ, ਫਿਰ ਕਿਵੇਂ ਸਾਧ ਸੰਗਤ ਜੀ ਉਹਨੂੰ ਗਿਆਨ ਹੋਊਗਾ? ਮਹਾਰਾਜ ਜੀ ਕਹਿੰਦੇ ਹੈ ਕੁਦਰਤ ਤਸਵੀਰ ਦੇ ਪਿੱਛੇ ਬਣਾਉਣ ਵਾਲਾ ਆਪ ਕਾਦਰ ਹੈ, ਪਰਮੇਸ਼ਰ ਹੈ, ਵਾਹਿਗੁਰੂ ਹੈ। ਸਤਿਗੁਰੂ ਜੀ ਕਹਿੰਦੇ ਉਹਦੀ ਸ਼ਕਤੀ ਕਰਕੇ ਹੀ ਜੀਆਂ ਨੂੰ ਇਹ ਸ਼ਬਦ ਸੁਣਾਈ ਦੇ ਰਿਹਾ ਹੈ, ਆਵਾਜ਼ ਸੁਣਾਈ ਦੇ ਰਹੀ ਹੈ। ਉਹਦੀ ਸ਼ਕਤੀ ਹੈ ਸਾਧ ਸੰਗਤ ਜੀ। ਅਸੀਂ ਸਾਧ ਸੰਗਤ ਵਿੱਚ ਬੈਠ ਕਰਕੇ ਸ਼ਬਦ ਦੀ ਮਹਿਮਾ ਸੁਣਦੇ ਹਾਂ, ਫਿਰ ਅੱਖਾਂ ਨਾਲ ਗੁਰੂ ਦੀਦਾਰ ਕਰਦੇ ਹਾਂ। ਇਹ ਪਰਮੇਸ਼ਰ ਦੀ ਸ਼ਕਤੀ ਵਰਤ ਰਹੀ ਹੈ। ਮਨਮੁਖ ਕਹਿੰਦਾ ਲੈ ਇਹ ਕੀ ਅਸਚਰਜ ਹੈ? ਮਹਾਰਾਜ ਦਾ ਸ਼ਬਦ ਹੀ ਇਸ ਅਸਚਰਜਤਾ ਨੂੰ ਦਿਖਾਉਂਦਾ ਹੈ। ਮਹਾਰਾਜ ਜੀ ਕਹਿੰਦੇ ਅੱਖਾਂ ਨਾਲ ਦਿਸਣਾ ਵੀ ਇਹ ਕੁਦਰਤ ਕਰਕੇ ਦਿਸ ਰਿਹਾ, ਕੰਨਾਂ ਕਰਕੇ ਸੁਣਨਾ ਜਿਹੜਾ ਹੈ ਇਹ ਪਰਮੇਸ਼ਰ ਦੀ ਕੁਦਰਤ ਕਰਕੇ ਹੀ, ਮਹਾਰਾਜ ਕਹਿੰਦੇ ਸ਼ਕਤੀ ਕਰਕੇ ਹੀ ਸੁਣਾਈ ਪੈ ਰਿਹਾ ਹੈ। ਕੁਦਰਤ ਕਹੋ ਸੁਖ ਸਾਰ, ਤੇ ਕੁਦਰਤ ਸ਼ਕਤੀ ਕਰਕੇ ਹੀ ਭੈ ਪੈ ਜਾਂਦਾ ਹੈ। ਤੇ ਫਿਰ ਮਹਾਰਾਜ ਕਹਿੰਦੇ ਸੁਖ ਸਾਰ, ਸ੍ਰੇਸ਼ਟ ਸੁਖ ਜਿਹੜਾ ਨਾ ਆਤਮਿਕ ਆਨੰਦ ਵਾਲਾ ਸੁਖ, ਉਹ ਵੀ ਮਹਾਰਾਜ ਕਹਿੰਦੇ ਫਿਰ ਪ੍ਰਾਪਤ ਹੋ ਜਾਂਦਾ ਜਦੋਂ ਭੈ ਪੈ ਜਾਵੇ। ਇਹ ਭੈ ਦਾ ਵੀ ਉਦੋਂ ਅਭਾਵ ਹੋ ਜਾਂਦਾ ਜਦੋਂ ਮਹਾਰਾਜ ਆਪਣੇ ਵਿੱਚੋਂ ਭੇਦ ਕਰ ਲੈਂਦੇ ਆ, ਕਿਉਂਕਿ ਭੈ ਤਾਂ ਉਹਨਾਂ ਚਿਰ ਇਹਨਾਂ ਨੂੰ ਜਿੰਨਾ ਚਿਰ ਦੂਜਾ ਭਾਸ ਰਿਹਾ ਹੈ। ਤੇ ਜਦੋਂ ਪਰਮੇਸ਼ਰ ਦਾ ਹੀ ਰੂਪ ਹੋ ਗਿਆ ਤੇ ਫਿਰ ਮਹਾਰਾਜ ਜੀ ਨੇ ਕਿਹਾ ਨਾ ਕਿ ਜਦੋਂ ਭਾਈ ਇੱਕੋ ਇੱਕ ਪਰਮੇਸ਼ਰ ਆਪ ਹੀ ਹੈ, ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਵ ਕਹਤੇ ਹੋਤਾ। ਉਦੋਂ ਕਿੰਨ ਪਾਪ ਕਰਨਾ ਸੀ, ਕਿੰਨ ਪਾਪ ਪੁੰਨ ਕਰਨਾ ਸੀ, ਕਿਉਂਕਿ ਜਦੋਂ ਆਕਾਰ ਹੀ ਕੋਈ ਹੈ ਨਹੀਂ ਸੀਗਾ। ਮਹਾਰਾਜ 21ਵੀਂ ਅਸ਼ਟਪਦੀ ਵਿੱਚ ਕਿਹਾ ਨਾ ਸ੍ਰੀ ਸੁਖਮਨੀ ਸਾਹਿਬ ਦੇ ਅੰਦਰ ਕਿ ਜਦੋਂ ਪਰਮੇਸ਼ਰ ਨੇ ਆਪਣੀ ਮਾਇਆ ਦਾ ਪਸਾਰਾ ਇਕੱਠਾ ਕਰ ਲਿਆ, ਜਿਵੇਂ ਮਦਾਰੀ ਹੁੰਦਾ ਨਾ, ਉਹ ਸਾਧ ਸੰਗਤ ਜੀ ਆਪਣੇ ਝੋਲੇ ਚੋਂ ਹੀ ਸਾਰੀਆਂ ਬਾਜੀਆਂ ਕੱਢ ਕੇ ਤੇ ਖੇਡ ਖਿਲਾਰ ਲੈਂਦਾ ਹੈ। ਤੇ ਵੇਖਣ ਵਾਲੇ ਬੜੇ ਅਸਚਰਜ ਹੁੰਦੇ ਆ, ਬੜਾ ਆਨੰਦ ਲੈਂਦੇ ਵੀ ਕਿਆ ਕਮਾਲ ਦੀ ਖੇਡ ਹੋ ਰਹੀ ਹੈ। ਪਰ ਜਿਹੜਾ ਕੋਈ ਸੂਝਵਾਨ ਹੁੰਦਾ ਉਹਨੂੰ ਪਤਾ ਹੈ ਕਿ ਮਦਾਰੀ ਨੇ ਥੋੜੇ ਚਿਰ ਲਈ ਖੇਲ ਖਿਲਾਰੀ ਹੈ, ਆਪਣੀ ਇੱਛਾ ਮੁਤਾਬਕ ਹੀ ਇਹਨੇ ਇਕੱਠੀ ਵੀ ਕਰ ਲੈਣੀ ਹੈ। ਉਹ ਸਾਰੀਆਂ ਹੀ ਚੀਜ਼ਾਂ, ਸਾਰੇ ਖਿਡੌਣੇ, ਸਾਰੀਆਂ ਬਾਜੀਆਂ ਮੁੜ ਕੇ ਝੋਲੇ 'ਚ ਪਾ ਕੇ ਇਕੱਠੀਆਂ ਕਰਕੇ ਸਮੇਟ ਕੇ ਤੁਰ ਵੀ ਪੈਂਦਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਨੇ ਇਹ ਮਾਇਆ ਦੀ ਖੇਲ ਖਿਲਾਰੀ ਹੋਈ ਹੈ, ਇਹ ਪਸਾਰਾ ਪਸਾਰਿਆ ਹੋਇਆ। ਜਦੋਂ ਵਾਹਿਗੁਰੂ ਜੀ ਨੇ ਪਸਾਰਾ ਪਸਾਰ ਦਿੱਤਾ ਨਾ, ਮਹਾਰਾਜ ਕਹਿੰਦੇ ਨੇ ਤਦੋਂ ਪਾਪ ਪੁੰਨ ਤਾਂ ਭਈ ਕਹਾਵਤ। ਉਦੋਂ ਪਾਪ ਤੇ ਪੁੰਨ ਦੀ ਕਹਾਵਤ ਚੱਲ ਪਈ ਵੀ ਇਹ ਪਾਪੀ ਹੈ, ਇਹ ਪੁੰਨੀ ਹੈ। ਜਦੋਂ ਬ੍ਰਹਮ ਵੇਤੇ ਉਸ ਅਵਸਥਾ ਵਿੱਚ ਜੁੜ ਜਾਂਦੇ ਆ ਨਾ ਜਿੱਥੇ ਆਕਾਰ ਨਹੀਂ ਹੈ, ਫਿਰ ਸਾਧ ਸੰਗਤ ਜੀ ਉੱਥੇ ਸੁੱਧ ਰੂਪ ਵਿੱਚ ਭੈ ਦਾ ਵੀ ਅਭਾਵ ਹੋ ਜਾਂਦਾ ਹੈ। ਇਹ ਭੈ ਵੀ ਜਿਹੜਾ ਭਾਸਦਾ ਹੈ ਨਾ, ਇਹ ਕੁਦਰਤ ਕਰਕੇ ਹੀ ਭਾਸ ਰਿਹਾ ਹੈ। ਤੇ ਮਹਾਰਾਜ ਕਹਿੰਦੇ ਫਿਰ ਉਹ ਇਹ ਸ੍ਰੇਸ਼ਟ ਸੁੱਖ ਤੱਕ ਲੈ ਜਾਂਦਾ ਹੈ। ਇਹ ਭੈ ਦਾ ਵੀ ਮਹਾਰਾਜ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਵਿਸਥਾਰ ਕਰਨਗੇ। ਗਰੀਬ ਨਵਾਜ ਸਤਿਗੁਰੂ ਜੀ ਭੈ ਬਾਬਤ ਵੀ ਦੱਸਣਗੇ। ਮਹਾਰਾਜ ਜੀ ਕਹਿੰਦੇ ਜਿਹੜਾ ਭੈ ਹੈ ਨਾ, ਜਦੋਂ ਕੁਦਰਤ ਸ਼ਕਤੀ ਕਰਕੇ ਭੈ ਪੈਂਦਾ ਹੈ ਤੇ ਫਿਰ ਮਹਾਰਾਜ ਕਹਿੰਦੇ ਸਾਰ ਸੁੱਖ, ਸ੍ਰੇਸ਼ਟ ਸੁੱਖ ਜਿਹੜਾ ਹੈ, ਆਤਮਿਕ ਆਨੰਦ ਦਾ ਸੁੱਖ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ।
ਇਹ ਉਹੋ ਹੀ ਕੁਦਰਤ ਵਾ ਜਿਹੜੀ ਸਾਧ ਸੰਗਤ ਜੀ ਫਿਰ ਸ਼ਕਤੀ ਰੂਪ ਵਿੱਚ, ਜਿਵੇਂ ਮਹਾਰਾਜ ਦੀ ਬਾਣੀ ਵਿੱਚ ਕਿਹਾ ਹੈ ਕਿ ਵਰਿਆ ਦਰਗਹ ਗੁਰੂ ਕੀ ਕੁਦਰਤੀ ਨੂਰ। ਇਹ ਉਹੋ ਹੀ ਕੁਦਰਤੀ ਨੂਰ ਹੈ ਜਿਹੜਾ ਫਿਰ ਉਸ ਸ਼ਕਤੀ ਰੂਪ ਵਿੱਚ ਜੀਆਂ ਦੇ ਅੰਦਰ ਵਰਨ ਲੱਗ ਜਾਂਦਾ ਹੈ, ਜੀਆਂ ਨੂੰ ਸੁੱਖ ਜਿਹੜਾ ਮਹਿਸੂਸ ਹੋਣ ਲੱਗ ਜਾਂਦਾ ਹੈ। ਇਸ ਗਿਆਨ ਨੂੰ ਸਮਝਣ ਦਾ ਯਤਨ ਕਰਨਾ। ਸੁੱਖ ਉਹਨਾਂ ਚਿਰ ਮਹਿਸੂਸ ਹੁੰਦਾ ਜਿੰਨਾ ਚਿਰ ਸਾਧ ਸੰਗਤ ਜੀ ਉਹਦੇ ਬਰਾਬਰ ਕੋਈ ਦੁੱਖ ਖੜਾ ਹੈ। ਜਦੋਂ ਸਾਡੇ ਸਾਹਮਣੇ ਸੰਸਾਰ ਦੁੱਖ ਰੂਪ ਹੈ ਨਾ, ਵਕਾਰ ਸਾਨੂੰ ਤੰਗ ਕਰਦੇ ਹੈ, ਅਗਿਆਨ ਵਰਤਿਆ ਹੋਇਆ, ਭਰਮ ਪਿਆ ਹੋਇਆ, ਤੇ ਫਿਰ ਅਸੀਂ ਗਿਆਨ ਦੀ ਤਲਾਸ਼ ਕਰਦੇ ਹਾਂ। ਗੁਰੂ ਕੀ ਸੰਗਤ ਵਿੱਚ ਜਿਹੜਾ ਗਿਆਨ ਮਿਲਦਾ ਨਾ ਸਾਧ ਸੰਗਤ ਜੀ, ਇਹ ਕਿਧਰੋਂ ਨਹੀਂ ਮਿਲ ਸਕਦਾ। ਸਤਿਗੁਰੂ ਦੀ ਬਾਣੀ ਵਿੱਚ ਜਿਹੜਾ ਗਿਆਨ ਹੈ ਨਾ, ਉਹ ਕਿਧਰੇ ਵੀ ਹੋਰ ਨਹੀਂ ਪ੍ਰਾਪਤ ਹੁੰਦਾ, ਕਿਉਂਕਿ ਮਹਾਰਾਜ ਸਾਨੂੰ ਸਾਡੇ ਵਾਸਤਵ ਰੂਪ ਤੱਕ ਲੈ ਕੇ ਜਾਂਦੇ। ਹੁਣ ਇਹ ਕੋਈ ਪ੍ਰਸ਼ਨ ਪੁੱਛਣ ਵਾਲਾ ਕੋਈ ਹੋਰ ਸਧਾਰਨ ਨਹੀਂ, ਬੜੀ ਮਿਹਨਤ ਕੀਤੀ ਹੈ ਸ਼ੇਖ ਬ੍ਰਹਮ ਜੀ ਨੇ, ਬੜੀਆਂ ਜੋਧੜੀਆਂ ਕੀਤੀਆਂ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। 48 ਸਾਲ ਦੀ ਘੋਰ ਤਪੱਸਿਆ। ਉਹ ਸਤਿਗੁਰੂ ਜੀ ਨੂੰ ਇਹ ਪ੍ਰਸ਼ਨ ਪੁੱਛਦੇ ਆ, ਮਹਾਰਾਜ ਇਹ ਜੜ ਰੂਪੀ ਪਸਾਰਾ ਕਿਵੇਂ ਹਰਕਤ ਕਰ ਰਿਹਾ? ਤੇ ਸਤਿਗੁਰੂ ਜੀ ਕਹਿੰਦੇ, ਸ਼ੇਖ ਬ੍ਰਹਮ ਜੀ ਇਹ ਸਾਰਾ ਕੁਝ ਭਾਵ ਮਾਇਆ ਕਰਕੇ ਹੀ ਬਣਿਆ ਹੋਇਆ ਹੈ। ਜਦੋਂ ਸਾਨੂੰ ਦੁੱਖ ਤੋਂ ਛੁੱਟ ਜਾਈਏ ਤੇ ਸੁੱਖ ਪ੍ਰਤੀਤ ਹੁੰਦਾ ਹੈ, ਤੇ ਜਦੋਂ ਸਾਧ ਸੰਗਤ ਜੀ ਅਸੀਂ ਸੁੱਖ ਸਰੂਪ ਵਿੱਚ ਸਮਾ ਹੀ ਜਾਈਏ, ਉੱਥੇ ਫਿਰ ਦੁੱਖ ਸੁੱਖ ਦਾ ਕੋਈ ਭਾਵ ਹੀ ਨਹੀਂ ਹੈ। ਉੱਥੇ ਇਹੋ ਜਿਹਾ ਕੋਈ ਭਾਵ ਨਹੀਂ, ਉੱਥੇ ਤਾਂ ਆਪਣੇ ਆਪ ਵਿੱਚ ਫਿਰ ਪਰਮੇਸ਼ਰ ਆਪ ਹੈ। ਜੀਵ ਭਾਵ ਫਿਰ ਉੱਥੇ ਮੁੱਕ ਜਾਂਦਾ ਹੈ। ਉੱਥੇ ਮਾਇਆ ਦਾ ਇਹ ਕੋਈ ਵੀ ਸਾਧ ਸੰਗਤ ਜੀ ਝਲਕਾਰਾ ਨਹੀਂ ਹੁੰਦਾ। ਸਤਿਗੁਰੂ ਜੀ ਕਹਿੰਦੇ ਸੰਸਾਰ ਜੋ ਦਿਸਣ ਵਿੱਚ ਆ ਰਿਹਾ ਨਾ, हे ਸ਼ੇਖ ਬ੍ਰਹਮ, ਇਹ ਕੁਦਰਤ ਸ਼ਕਤੀ ਕਰਕੇ ਆ ਰਿਹਾ ਹੈ। ਕੁਦਰਤ ਪਾਤਾਲੀ ਆਕਾਸੀ। ਫਿਰ ਮਹਾਰਾਜ ਕਹਿੰਦੇ ਜਿੰਨੇ ਪਤਾਲ ਤੇ ਆਕਾਸ਼ ਇਹ ਭਾਸ ਰਹੇ ਆ, ਦਿਸ ਰਹੇ ਆ, ਜੋ ਸੁਣਨ ਵਿੱਚ ਆ ਰਹੇ ਆ, ਇਹ ਵੀ ਕੁਦਰਤ ਸ਼ਕਤੀ ਕਰਕੇ ਹੀ ਇਹਨਾਂ ਦੀ ਹੋਂਦ ਬਣੀ ਹੋਈ। ਕਿਉਂਕਿ ਇਹ ਆਕਾਸ਼ ਵੀ ਆਕਾਰ ਰੂਪ 'ਚ ਹੀ ਹੈ ਨਾ, ਭਾਵੇਂ ਇਹਦਾ ਆਕਾਰ ਮਿਣਿਆ ਨਹੀਂ ਜਾ ਸਕਦਾ, ਪਰ ਫਿਰ ਵੀ ਇਹ ਕੋਈ ਸਾਧ ਸੰਗਤ ਜੀ ਸਾਰੀਆਂ ਚੀਜ਼ਾਂ ਸੀਮਾ ਵਿੱਚ ਹੀ ਹੈ, ਹੱਦ ਵਿੱਚ ਹੀ ਹੈ। ਮਨੁੱਖ ਦੀ ਹੱਦ ਤੋਂ ਤਾਂ ਪਰਾਂ ਹੈ, ਕਿਉਂਕਿ ਮਨੁੱਖ ਤਾਂ ਨਹੀਂ ਮਾਪ ਸਕਦਾ, ਮਨੁੱਖ ਤਾਂ ਬਹੁਤ ਛੋਟਾ ਹੈ। ਪਰ ਪਰਮੇਸ਼ਰ ਦੀ ਜਿਹੜੀ ਹੈ ਨਾ ਸੀਮਾ, ਉਹ ਸਾਧ ਸੰਗਤ ਜੀ ਕੋਈ ਨਹੀਂ ਵੇਖ ਸਕਦਾ। ਆਕਾਸ਼ ਦੀ ਫਿਰ ਵੀ ਕੋਈ ਹੱਦ ਹੈ, ਕੋਈ ਸੀਮਾ ਹੈ। ਮਹਾਰਾਜ ਜੀ ਕਹਿੰਦੇ ਇਹ ਆਕਾਸ਼ ਵੀ ਜਿਹੜਾ ਭਾਸ ਰਿਹਾ ਨਾ, ਇਹ ਕੁਦਰਤ ਸ਼ਕਤੀ ਕਰਕੇ ਹੀ ਭਾਸ ਰਿਹਾ ਹੈ। ਤੇ ਪਤਾਲ ਜਿਹੜੇ ਭਾਸ ਰਹੇ ਆ, ਸੁਣਾਈ ਦੇ ਰਹੇ ਆ ਜਾਂ ਸੁਣਦੇ ਹੀ ਆ, ਕਿਉਂਕਿ ਜਦੋਂ ਜੀਵ ਮਹਿਸੂਸ ਤਾਂ ਸ਼ਬਦ ਨਾਲ ਕਰ ਪਾਉਂਦਾ ਨਾ। ਮਹਾਰਾਜ ਕਹਿੰਦੇ ਭਾਈ ਇਹ ਸ਼ਕਤੀ ਕਰਕੇ ਹੀ ਪ੍ਰਤੀਤ ਹੁੰਦਾ ਹੈ। ਇਸੇ ਪ੍ਰਕਾਰ ਕੁਦਰਤ ਪਾਤਾਲੀ ਆਕਾਸੀ। ਕੁਦਰਤ ਸ਼ਕਤੀ ਕਰਕੇ ਮਹਾਰਾਜ ਕਹਿੰਦੇ ਭਾਈ ਪਤਾਲਾਂ ਦਾ ਤੇ ਜਿਹੜਾ ਆਕਾਸ਼ਾਂ ਦਾ ਗਿਆਨ ਹੋ ਜਾਂਦਾ ਹੈ। ਮਹਾਰਾਜ ਦੀ ਸ਼ਕਤੀ ਕਰਕੇ ਹੀ ਪਤਾ ਲੱਗ ਜਾਂਦਾ ਹੈ ਕਿ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਨੇ ਕਵਾਤ। ਉਸ ਜਿਹੜਾ ਸੀਗਾ ਉਹ ਪੀਰ ਸਾਧ ਸੰਗਤ ਜੀ, ਉਸਨੇ ਬਗਦਾਦ ਦੇ ਪੀਰ ਨੇ ਸ਼ੰਕਾ ਹੀ ਕੀਤੀ ਸੀ ਨਾ, ਤਾਂ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਜੀ ਦੀ ਗਵਾਹੀ ਹੈ ਕਿ ਨਾਲ ਲੀਤਾ ਬੇਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ, ਲੱਖ ਪਤਾਲਾਂ ਲੱਖ ਆਕਾਸ਼, ਅੱਖ ਫੁਰਕ ਵਿੱਚ ਸਭ ਦਿਖਲਾਈ। ਉਹ ਕੁਦਰਤ ਸ਼ਕਤੀ ਨਾਲ ਹੀ ਮਹਾਰਾਜ ਦਿਖਾਤਾ। ਕਿਉਂਕਿ ਪੀਰ ਦਾ ਪੁੱਤਰ ਜਦੋਂ ਮਹਾਰਾਜ ਬਾਂਹ ਫੜੀ ਨਾ, ਤੇ ਉਹਨੂੰ ਇਉਂ ਲੱਗਾ ਕਿ ਮਹਾਰਾਜ ਮੈਨੂੰ ਆਕਾਸ਼ ਨੂੰ ਲੈ ਉੱਡੇ ਆ। ਅੱਖੀਂ ਮੀਟ ਗਿਆ ਹਵਾਈ, ਹਵਾਈ ਭਾਵ ਹਵਾ ਮਾਰਗ ਰਾਹੀਂ ਮਹਾਰਾਜ ਲੈ ਕੇ ਚਲੇ ਗਏ। ਤੇ ਉਹਨੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਵੇਖੇ ਜਦੋਂ ਸਤਿਗੁਰਾਂ ਦਿਖਾਏ, ਤੇ ਉਹਨੂੰ ਲੱਗਾ ਕਿ ਬੜਾ ਹੀ ਅਰਸਾ ਬੀਤ ਗਿਆ। ਮਹਾਰਾਜ ਨੂੰ ਕਹਿੰਦਾ ਮਹਾਰਾਜ ਬਗਦਾਦ ਲੈ ਚੱਲੋ, ਸੱਚੇ ਪਾਤਸ਼ਾਹ ਮੁੜ ਚੱਲੀਏ ਧਰਤੀ ਨੂੰ। ਹਜੂਰ ਕਹਿੰਦੇ ਜੇ ਹੋਰ ਵੇਖਣੀ ਹੈ ਤੇ ਵੇਖ ਲੈ। ਕਹਿੰਦਾ ਮਹਾਰਾਜ ਥੱਕ ਗਿਆ ਹੁਣ ਤਾਂ ਮੈਂ। ਤੇ ਇਹ ਤਾਂ ਸਾਧ ਸੰਗਤ ਜੀ ਉਹਨੂੰ ਪ੍ਰਤੀਤ ਹੋਇਆ ਨਾ ਕਿ ਬੜੇ ਅਰਸੇ ਗੁਜ਼ਰ ਗਏ ਆ। ਤੇ ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਅੱਖ ਫੁਰਕ ਵਿੱਚ ਸਭ ਦਿਖਲਾਈ। ਇਹ ਗੁਰੂ ਜੀ ਦੀ ਪ੍ਰਤੱਖ ਸ਼ਕਤੀ ਹੈ। ਅੱਖ ਫੁਰਕਣ ਵਿੱਚ 10 ਨਹੀਂ ਗਿਣ ਸਕਦੇ ਤੁਸੀਂ। ਸੱਚੇ ਪਾਤਸ਼ਾਹ ਨੇ ਲੱਖਾਂ ਪਤਾਲ ਤੇ ਆਕਾਸ਼ ਦਿਖਾਤੇ ਗਰੀਬ ਨਵਾਜ ਜੀ ਨੇ।
ਮਹਾਰਾਜ ਕਹਿੰਦੇ ਇਹਦਾ ਗਿਆਨ ਵੀ ਜਿਹੜਾ ਨਾ ਕੁਦਰਤ ਸ਼ਕਤੀ ਕਰਕੇ ਪਤਾਲਾਂ ਦਾ ਆਕਾਸ਼ਾਂ ਦਾ ਹੁੰਦਾ ਏ। ਕੁਦਰਤ ਸਰਬ ਆਕਾਰ, ਸਾਰੇ ਜਿੰਨੇ ਆਕਾਰ ਨੇ ਮਹਾਰਾਜ ਕਹਿੰਦੇ ਕੁਦਰਤ ਸ਼ਕਤੀ ਕਰਕੇ ਹੈ। ਜਦੋਂ ਮਾਇਆ ਨਹੀਂ ਤੇ ਆਕਾਰ ਨਹੀਂ ਸਾਧ ਸੰਗਤ ਜੀ, ਕੋਈ ਵੀ ਆਕਾਰ ਨਹੀਂ। ਫਿਰ ਉੱਥੇ ਆਪਣੇ ਆਪ ਵਿੱਚ ਸੁੱਧ ਸਰੂਪ ਆਪ ਹੀ ਸਮਾਧੀ ਲਾ ਬੈਠਦਾ ਹੈ। ਨਾ ਪੌਣ ਹੈ ਨਾ ਪਾਣੀ ਹੈ ਸਾਧ ਸੰਗਤ ਜੀ, ਨਾ ਅੱਗ ਹੈ ਨਾ ਸੂਰਜ ਹੈ ਨਾ ਚੰਦਰਮਾ ਹੈ ਨਾ ਤਾਰੇ ਹੈ, ਆਕਾਸ਼ ਨਹੀਂ ਧਰਤੀ ਨਹੀਂ, ਕੋਈ ਜੀਵ ਦੀ ਹੋਂਦ ਨਹੀਂ। ਕਿਉਂਕਿ ਜੀਵ ਦਾ ਵੇਖੋ ਇਹ ਤੱਤਾਂ ਦੇ ਆਸਰੇ ਹੀ ਸਰੀਰ ਖੜਾ ਹੈ। ਤੱਤਾਂ ਤੋਂ ਬਿਨਾਂ ਤਾਂ ਜੀਵ ਰਹਿ ਹੀ ਨਹੀਂ ਸਕਦਾ ਹੈ। ਜੇ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ, ਪਾਣੀ ਤਾਂ ਚਲੋ ਅਜੇ ਘੜੀ ਕੱਢ ਜਾਏਗਾ, ਸਾਹ ਤੋਂ ਬਿਨਾਂ ਤਾਂ ਫਿਰ ਸਾਧ ਸੰਗਤ ਜੀ ਦਮ ਹੀ ਨਹੀਂ ਆਉਂਦਾ ਨਾ। ਹਵਾ ਨਾ ਹੋਵੇ ਤੇ ਕੀ ਪਥਰਾ ਹੀ ਜਾਣਾ, ਕੀ ਸਵਾਸ ਲੈਣਾ ਹੈ। ਇਹ ਤੱਤਾਂ ਕਰਕੇ ਦੇਹ ਖੜੀ ਹੈ। ਤੇ ਵੇਖੋ ਉਸ ਦੇਹ ਦਾ ਮਾਣ ਕਰੀ ਜਾ ਰਿਹਾ। ਜੀਵ ਕਿੱਡਾ ਭਰਮ ਪਿਆ ਹੋਇਆ ਹੈ, ਮਾਇਆ ਕਰਕੇ ਹੀ ਹੈ ਨਾ ਭਰਮ ਵੀ। ਐਡਾ ਭਰਮ ਪਿਆ ਹੋਇਆ ਹੈ ਕਿ ਇਹ ਦੇਹ ਦਾ ਹੀ ਅਧਿਆਸ ਨਹੀਂ ਛੁੱਟਦਾ ਕਿ ਮੈਂ ਹਾਂ, ਮੈਨੂੰ ਸਮਝ ਹੈ, ਮੈਨੂੰ ਪਤਾ ਹੈ। ਬਸ ਇਹੀ ਅਧਿਆਸ ਨਹੀਂ ਇਹਦੇ ਅੰਦਰੋਂ ਦੇਹ ਦਾ ਮੁੱਕਦਾ। ਸਤਿਗੁਰੂ ਜੀ ਕਹਿੰਦੇ ਇਹ ਵੀ ਮਾਇਆ ਕਰਕੇ ਹੀ ਪ੍ਰਤੀਤ ਹੋ ਰਿਹਾ ਹੈ। ਮਹਾਰਾਜ ਜੀ ਫਰਮਾਉਂਦੇ ਆ, ਕੁਦਰਤ ਸਰਬ ਆਕਾਰ, ਕੁਦਰਤ ਸ਼ਕਤੀ ਕਰਕੇ ਹੀ ਸਾਰੇ ਆਕਾਰ ਹਜੂਰ ਕਹਿੰਦੇ ਜਿੰਨੇ ਦਿਖਾਈ ਦਿੰਦੇ ਆ ਭਾਸ ਰਹੇ ਆ। ਕੁਦਰਤ ਵੇਦ ਪੁਰਾਣ ਕਤੇਬਾ, ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਕੁਦਰਤ ਸ਼ਕਤੀ ਕਰਕੇ ਹੀ ਜਿਹੜੇ ਆ ਨਾ ਉਹ ਵੇਦਾਂ ਦੀ ਸਮੇਂ ਸਮੇਂ ਕਿਤੇ ਰਚਨਾ ਹੋਈ ਹੈ, ਧਾਰਮਿਕ ਪੁਸਤਕਾਂ ਬਣੀਆਂ ਨੇ। ਕਿਉਂਕਿ ਸ਼ਕਤੀ ਕਰਕੇ ਹੀ ਜਿਹੜੇ ਰਿਖੀ ਮੁਨੀ ਸੀ ਉਹਨਾਂ ਨੂੰ ਗਿਆਨ ਸੰਪੂਰਨ ਹੁੰਦਾ। ਉਹ ਲਿਖਦੇ ਭਈ ਪਰਮੇਸ਼ਰ ਇਸ ਤਰ੍ਹਾਂ ਦਾ ਹੈ, ਸਾਧਨ ਇਸ ਤਰ੍ਹਾਂ ਕਰੀਦੇ ਹੈ, ਕਰਮ ਇਉਂ ਕਮਾਈਦੇ ਹੈ, ਉਪਾਸ਼ਨਾ ਦਾ ਢੰਗ ਇਹ ਹੈ, ਗਿਆਨ ਦਾ ਦਰਵਾਜ਼ਾ ਇੱਥੇ ਜਾ ਕੇ ਪ੍ਰਾਪਤ ਹੁੰਦਾ। ਉਹ ਕੁਦਰਤ ਸ਼ਕਤੀ ਕਰਕੇ ਲਿਖੇ ਗਏ ਹੈ ਨਾ। ਤੇ ਉਹ ਧੁਨਾਂ ਸੀਗੀਆਂ ਪਹਿਲਾਂ ਤਾਂ ਵੇਦ ਦੀਆਂ ਜਿਹੜੀਆਂ ਸੰਖ ਚੋਂ ਬ੍ਰਹਮਾ ਨੇ ਨਾਦ ਪੂਰਿਆ ਤੇ ਫਿਰ ਉਹ ਵੇਦ ਦੀਆਂ ਧੁਨਾਂ ਦਾ ਅੱਗੇ ਰਿਖੀਆਂ ਨੂੰ ਜੋ ਜਿਹੜਾ ਸੀਗਾ ਇਲਮ ਹੋਇਆ ਉਹਦੇ ਮੁਤਾਬਕ ਉਹਨਾਂ ਨੇ ਫਿਰ ਵੇਦਾਂ ਦੇ ਅੱਖਰ ਲਿਖੇ ਆ। ਇਸ ਪ੍ਰਕਾਰ ਮਹਾਰਾਜ ਕਹਿੰਦੇ ਆ, ਕੁਦਰਤ ਵੇਦ ਪੁਰਾਣ ਕਤੇਬਾ, ਤੇ 18 ਪੁਰਾਣ ਜਿਹੜੇ ਆ, ਜਿਹਦਾ ਗੜਵ ਪੁਰਾਣ ਉਹਦੇ ਗਰੁੜ ਦੀ ਮਹਿਮਾ ਹੀ ਲਿਖ ਛੱਡੀ ਹੈ। ਸ਼ਿਵ ਪੁਰਾਣ 'ਚ ਸ਼ਿਵ ਜੀ ਦੀ ਲਿਖ ਛੱਡੀ ਹੈ ਕਿ ਕਿਵੇਂ ਜ਼ਹਿਰ ਧਾਰਨ ਕੀਤੀ, ਕਿਵੇਂ ਸੱਪ ਗਲ 'ਚ ਪਾਏ ਆ, ਕਿਵੇਂ ਸੱਪਾਂ ਦੀ ਜ਼ਹਿਰ ਨਹੀਂ ਚੜ੍ਹਦੀ, ਉਹਦੀ ਸਾਰੀ ਸਿਫਤ ਲਿਖ ਛੱਡੀ ਹੈ। ਵਿਸ਼ਨੂੰ ਪੁਰਾਣ ਦੇ ਵਿੱਚ ਵਿਸ਼ਨੂੰ ਦਾ ਹੀ ਸੁਭਾਅ ਸਾਰਾ ਲਿਖ ਛੱਡਿਆ ਹੈ। ਤੇ ਬ੍ਰਹਮ ਪੁਰਾਣ 'ਚ ਬ੍ਰਹਮਾ ਦੀਆਂ ਹੀ ਆਦਤਾਂ ਤੇ ਸੁਭਾਅ ਲਿਖ ਛੱਡਿਆ, ਕਰਨੀਆਂ ਲਿਖੀਆਂ ਹਨ। ਮਹਾਰਾਜ ਕਹਿੰਦੇ ਵੀ ਭਾਈ ਜਿਹਨੂੰ ਸ਼ਕਤੀ ਕਰਕੇ ਹੀ ਜੋ ਇਲਹਾਮ ਹੋਇਆ ਤੇ ਉਹਨਾਂ ਨੇ ਪਰਮੇਸ਼ਰ ਦੀ ਕੁਦਰਤ ਸ਼ਕਤੀ ਦੇ ਨਾਲ ਹੀ ਉਹ 18 ਪੁਰਾਣ ਜਿਹੜੇ ਆ ਮਹਾਰਾਜ ਕਹਿੰਦੇ ਵੀ ਸ਼ਕਤੀ ਕਰਕੇ ਹੀ ਬਣੇ ਹਨ। ਇਸੇ ਪ੍ਰਕਾਰ ਕੁਦਰਤ ਵੇਦ ਪੁਰਾਣ ਕਤੇਬਾ, ਤੇ ਮਹਾਰਾਜ ਕਹਿੰਦੇ 4 ਵੇਦ 18 ਪੁਰਾਣ ਤੇ ਮੁਸਲਮਾਨਾਂ ਦੀਆਂ ਜਿਹੜੀਆਂ 4 ਕਿਤਾਬਾਂ ਨੇ ਤੇ ਇਹ ਵੀ ਸਤਿਗੁਰੂ ਜੀ ਕਹਿੰਦੇ ਭਾਈ ਪਰਮੇਸ਼ਰ ਦੀ ਕੁਦਰਤ ਸ਼ਕਤੀ ਕਰਕੇ ਹੀ ਕਹਿੰਦੇ ਜਦੋਂ ਇਹ ਜਿਹੜੀ ਕੁਰਾਨ ਸ਼ਰੀਫ ਹੈ ਇਹ ਮੁਹੰਮਦ ਸਾਹਿਬ ਨੂੰ ਜੋ ਅੱਲਾ ਵੱਲੋਂ ਪੈਗਾਮ ਹੋਇਆ ਨਾ, ਇਸਲਾਮ ਵਿੱਚ ਫਰਿਸ਼ਤੇ ਮੰਨੇ ਜਾਂਦੇ ਆ। ਕਹਿੰਦੇ ਉਹ ਫਰਿਸ਼ਤੇ ਜੋ ਪੱਤਰ ਲੈ ਕੇ ਆਉਂਦੇ ਸੀ ਤੇ ਉਹ ਪੱਤਰ ਪੜ੍ਹ ਕੇ ਅੱਗੋਂ ਖੁਦਾ ਵੱਲੋਂ ਆਇਆ ਪੈਗਾਮ ਮੁਹੰਮਦ ਸਾਹਿਬ ਨੇ ਜਿਹੜਾ ਸੁਣਾਇਆ ਹੈ ਉਹ ਕੁਰਾਨ ਸ਼ਰੀਫ ਦੇ ਅੰਦਰ ਉਹ ਕੁਰਾਨ ਸ਼ਰੀਫ ਲਿਖੀ ਗਈ ਹੈ। ਤੇ ਮਸਲਿਆਂ ਦੀਆਂ 4 ਕਿਤਾਬਾਂ ਨੇ, ਉਹਦੇ ਵਿੱਚ ਸਾਰੇ ਰਾਹ ਦਰਸਾਏ ਹੋਏ ਆ। ਮਹਾਰਾਜ ਕਹਿੰਦੇ ਉਹ ਵੀ ਭਾਈ ਪਰਮੇਸ਼ਰ ਦੀ ਕੁਦਰਤ ਸ਼ਕਤੀ ਕਰਕੇ ਹੀ ਹੈ ਨਾ। ਉਹਨਾਂ ਨੂੰ ਜਿਸ ਤਰ੍ਹਾਂ ਦਾ ਮੇਰੇ ਵਾਹਿਗੁਰੂ ਨੇ ਗਿਆਨ ਦਿੱਤਾ, ਜਿਸ ਤਰ੍ਹਾਂ ਦਾ ਉਹਨਾਂ ਨੂੰ ਅੰਦਰ ਗਿਆਨ ਸੰਪੂਰਨ ਹੋਇਆ, ਉਹਨਾਂ ਨੇ ਲਿਖਤੀ ਰੂਪ ਵਿੱਚ ਸੰਸਾਰ ਨੂੰ ਰਾਹ ਦਿਖਾਇਆ। ਇਹ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦੀ ਕੁਦਰਤ ਸ਼ਕਤੀ ਕਰਕੇ ਹੀ 4 ਕਿਤਾਬਾਂ 18 ਪੁਰਾਣ ਤੇ ਇਸ ਪ੍ਰਕਾਰ 4 ਵੇਦ ਜਿਹੜੇ ਹੋਂਦ ਵਿੱਚ ਆਏ ਆ। ਕੁਦਰਤ ਸਰਬ ਵਿਚਾਰ, ਤੇ ਜਿੰਨੀ ਇਹਨਾਂ ਦੀ ਸਾਰੀ ਵਿਚਾਰ ਹੈ ਉਹ ਵੀ ਕੁਦਰਤ ਕਰਕੇ ਹੀ ਹੈ, ਸ਼ਕਤੀ ਕਰਕੇ ਹੀ ਹੈ। ਤੇ ਜੇ ਸਾਧ ਸੰਗਤ ਜੀ ਜੀਵ ਦੀ ਜਿਹੜੀ ਦੇਹ ਹੈ ਨਾ ਇਹ ਵੀ ਕੁਦਰਤ ਸ਼ਕਤੀ ਕਰਕੇ ਟਿਕੀ ਹੈ ਤੇ ਤਾਂ ਹੀ ਤਾਂ ਬੁੱਧੀ 'ਚ ਵਿਚਾਰ ਕਰਦਾ। ਨਹੀਂ ਤੇ ਮੁਰਦੇ ਦੇ ਲਾਗੇ ਕਿਨ ਬੈਠ ਕੇ ਉਹਨੂੰ ਵਿਚਾਰ ਦੱਸੀ ਹੈ। ਜੇ ਉਹਦੀਆਂ ਵਿਚਾਰਾਂ ਕਿਨ ਸੁਣੀਆਂ ਨੇ ਵੀ ਮੁਰਦਿਆ ਮੈਂ ਤੇਰੀ ਵਿਚਾਰ ਸੁਣਨ ਆਇਆ, ਉਥੋਂ ਤਾਂ ਭੈ ਕਰਦੇ ਆ ਕਿਉਂਕਿ ਉਹਦੇ 'ਚ ਕੋਈ ਕੁਦਰਤ ਸ਼ਕਤੀ ਰਹੀ ਨਹੀਂ। ਹੁਣ ਉਹ ਤਾਂ ਮਿੱਟੀ ਦੀ ਢੇਰੀ ਹੋ ਗਿਆ, ਤੱਤਾਂ 'ਚ ਤੱਤ ਮਿਲ ਚੁੱਕੇ ਆ
ਕੇਵਲ ਦੇਹ ਦਿਸਣ ਨੂੰ ਰਹਿ ਗਈ ਹੈ, ਤੇ ਉਹ ਕੇਵਲ ਮਿੱਟੀ ਦਾ ਹੀ ਭਾਵ ਰਹਿ ਗਿਆ ਹੈ। ਤੇ ਉਹ ਜਦੋਂ ਸੰਸਕਾਰ ਕਰ ਦੇਣਾ ਉਹ ਵੀ ਦਿਸਣ 'ਚ ਨਹੀਂ ਫਿਰ ਆਉਣਾ, ਜਾਂ ਕਬਰ 'ਚ ਦੱਬ ਦਿੰਦੇ ਆ, ਦਿਸਣ 'ਚ ਨਹੀਂ ਫਿਰ ਆਉਣਾ ਹੈ। ਤੇ ਉਹ ਰਹੇ ਕਿਰਮ ਦਾ ਲਖਾਈ ਥੱਲੇ, ਕਬਰ 'ਚ ਦੱਬਤਾ ਤੇ ਕਿਰਮ ਖਾ ਜਾਂਦੇ ਆ, ਗਲ ਜਾਂਦੀ ਆ ਦੇਹੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿੰਨੀ ਵਿਚਾਰ ਹੋ ਰਹੀ ਹੈ ਨਾ, ਤਰਕ ਬਤਰਕ ਹੋ ਰਹੀ ਹੈ, ਕਹਿੰਦਾ ਇਹ ਕੀ ਹੈ, ਉਹ ਕੀ ਹੈ, ਇਹ ਵੀ ਕੁਦਰਤ ਸ਼ਕਤੀ ਕਰਕੇ ਉਹਨੂੰ ਫੁਰ ਰਿਹਾ। ਕਿਸੇ ਨੂੰ ਸਮਝ ਆ ਰਹੀ ਹੈ, ਕਿਸੇ ਨੂੰ ਨਹੀਂ ਆ ਰਹੀ। ਜਿਹਨੂੰ ਨਹੀਂ ਆ ਰਹੀ ਬੜਾ ਪਰੇਸ਼ਾਨ ਹੋ ਰਿਹਾ ਕਿ ਮੈਨੂੰ ਪਤਾ ਨਹੀਂ ਲੱਗ ਰਿਹਾ, ਉਹ ਵਿਚਾਰ ਪੁੱਛ ਰਿਹਾ। ਇਹ ਵੀ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਕੁਦਰਤ ਸ਼ਕਤੀ ਕਰਕੇ ਹੀ ਹੈ ਕਿ ਕਿਸੇ ਨੂੰ ਭਰਮ ਹਟਾ ਰਿਹਾ ਮੇਰਾ ਵਾਹਿਗੁਰੂ, ਕਿਸੇ ਨੂੰ ਭਰਮ ਪੈ ਰਿਹਾ ਹੈ ਤੇ ਉਹ ਪੁੱਛੀ ਜਾਂਦਾ, ਦੂਜਾ ਵਿਚਾਰ ਦੱਸੀ ਜਾਂਦਾ। ਇਹ ਵਿਚਾਰ ਵੀ ਜਿਹੜੀ ਹੋਣੀ ਹੈ ਮਹਾਰਾਜ ਕਹਿੰਦੇ ਭਾਈ ਉਹਦੀ ਕੁਦਰਤ ਸ਼ਕਤੀ ਕਰਕੇ ਹੀ ਹੋ ਰਹੀ ਆ। ਕੁਦਰਤ ਖਾਣਾ ਪੀਣਾ ਪਹਿਨਣ। ਫਿਰ ਮਹਾਰਾਜ ਕਹਿੰਦੇ ਭਾਈ ਕੁਦਰਤ ਸ਼ਕਤੀ ਕਰਕੇ ਹੀ ਜੀਵ ਜਿਹੜੇ ਖਾਣਾ ਖਾਂਦੇ ਆ ਤੇ ਇਹਨਾਂ ਨੂੰ ਮਹਿਸੂਸ ਹੁੰਦਾ ਕਿ ਲੈ ਵੀ ਬੜੀ ਤ੍ਰਿਪਤੀ ਹੋ ਗਈ, ਬੜੇ ਰੱਜ ਗਏ। ਇਹ ਸਾਧ ਸੰਗਤ ਜੀ ਉਹ ਕਹਿੰਦੇ ਦੁਰਵਾਸ਼ਾ ਜਿਹੜਾ ਸੀ ਨਾ, ਉਹ ਪਾਂਡਵ ਜੰਗਲ ਵਿੱਚ ਅੱਗੇ ਤੰਗੀ ਨਾਲ ਦਿਨ ਕੱਟੀ ਕਰਨ ਡਏ ਸੀ ਤੇ ਉਧਰੋਂ ਦੁਰਵਾਸ਼ਾ ਆ ਗਿਆ। ਉਹ ਕਹਿੰਦਾ ਵੀ ਮੈਨੂੰ ਤਾਂ ਭੁੱਖ ਬੜੀ ਲੱਗੀ ਹੈ। ਉਹਨਾਂ ਕੋਲ ਖਾਣ ਨੂੰ ਕੱਖ ਨਹੀਂ ਸੀਗਾ, ਚੌਲ ਥੋੜੇ ਸੀ, ਵਰਤਾ ਕੇ ਆਪ ਹੀ ਖਾ ਪੀ ਹਟੇ ਸੀਗੇ। ਤੇ ਉਹ ਬੜੇ ਤੇ ਸਮੇਂ ਪਰੇਸ਼ਾਨ ਹੋਏ। ਦੁਰਵਾਸ਼ਾ ਕਹਿੰਦਾ ਮੈਂ ਇਸ਼ਨਾਨ ਕਰ ਆਵਾਂ, ਤੇ ਮੈਂ ਇਸ਼ਨਾਨ ਕਰਕੇ ਨਾ ਫਿਰ ਆਉਣਾ, ਉਹਨੇ ਚਿਰ ਨੂੰ ਤੁਸੀਂ ਤਿਆਰੀ ਕਰੋ, ਫਿਰ ਆ ਕੇ ਲੰਗਰ ਛਕਦੇ ਆ। ਤੇ ਹੈ ਹੀ ਨਹੀਂ ਸੀ ਕੱਖ ਬਣਾਉਣ ਨੂੰ। ਤੇ ਜਦੋਂ ਦੁਰਵਾਸ਼ਾ ਇੱਧਰ ਇਸ਼ਨਾਨ ਕਰਨ ਗਿਆ ਤੇ ਕ੍ਰਿਸ਼ਨ ਜੀ ਆ ਗਏ, ਕਹਿਣ ਲੱਗੇ ਵੀ ਕੀ ਬਣਾਇਆ, ਲਿਆਓ ਸਾਨੂੰ ਛਕਾਓ। ਤੇ ਸ਼ਰਮਿੰਦੇ ਕਹਿਣ ਲੱਗੇ ਮਹਾਰਾਜ ਦੁਰਵਾਸ਼ਾ ਰਿਖੀ ਆਇਆ, ਤੁਹਾਨੂੰ ਪਤਾ ਅੱਗੇ ਬੜਾ ਗੁੱਸੇ ਖੋਰਾ ਤੇ ਨਾ ਕੁਝ ਖਾਣ ਨੂੰ ਦਿੱਤਾ, ਉਹਨੂੰ ਤਾਂ ਸ਼ਰਾਪ ਦੇ ਦੇਣਾ। ਮਹਾਰਾਜ ਜੀ ਸਾਡੇ ਕੋਲ ਤਾਂ ਕੁਝ ਵੀ ਨਹੀਂ। ਤਾਂ ਤੇ ਸਮੇਂ ਕ੍ਰਿਸ਼ਨ ਜੀ ਕਹਿੰਦੇ ਦ੍ਰੋਪਤਾ ਤੂੰ ਸਾਡੇ ਕੋਲੋਂ ਅੰਨ ਲੁਕਾਉਣੀ ਹੈ? ਕਹਿਣ ਲੱਗੀ ਮਹਾਰਾਜ ਮੈਂ ਸਾਡੇ ਤੋਂ ਕੁਝ ਵੀ ਨਹੀਂ, ਅਸੀਂ ਅੰਨ ਕੀ ਲੁਕਾਉਣਾ। ਤੇ ਕ੍ਰਿਸ਼ਨ ਜੀ ਨੇ ਬਰਤਨ ਉਠਾ ਲਿਆ, ਉਹਦੇ ਵਿੱਚ ਇੱਕ ਚੌਲਾਂ ਦਾ ਦਾਣਾ ਸੀ। ਤੇ ਚੌਲਾਂ ਦਾ ਦਾਣਾ ਕ੍ਰਿਸ਼ਨ ਜੀ ਨੇ ਤੇ ਸਮੇਂ ਜਦੋਂ ਆਪਣੇ ਮੂੰਹ 'ਚ ਪਾਇਆ ਨਾ, ਤੇ ਜਦੋਂ ਮੂੰਹ 'ਚ ਪਾਇਆ ਤੇ ਕਹਿਣ ਲੱਗੇ ਇਹਦੇ 'ਚੋਂ ਤਾਂ 36 ਪ੍ਰਕਾਰ ਦਾ ਰਸ ਆ ਰਿਹਾ ਹੈ। ਤੇ ਉਧਰ ਦੁਰਵਾਸ਼ਾ ਰਿਖੀ ਨਹਾਉਂਦੇ ਨੂੰ ਹੀ ਡਕਾਰ ਆਉਣ ਲੱਗ ਪਏ। ਸਾਰੇ ਰਿਖੀ ਜਿਹੜੇ ਉਹ ਕਹਿੰਦੇ ਚਲੋ ਭੱਜ ਚੱਲੀਏ, ਕਿਤੇ ਪਾਂਡਵ ਸੱਦਣੀ ਨਾ ਆ ਜਾਣ, ਬੜੇ ਰੱਜ ਗਏ ਆ। ਉਹ ਇੱਕੋ ਚੌਲਾਂ ਦੇ ਦਾਣੇ ਨਾਲ ਹੀ ਰਿਖੀ ਰਜਾਤ ਤੇ ਸਾਰੇ। ਇਹ ਜਿਹੜੀ ਭੁੱਖ ਲੱਗਦੀ ਹੈ ਨਾ ਸਾਨੂੰ, ਇਹ ਵੀ ਸ਼ਕਤੀ ਕਰਕੇ ਪ੍ਰਤੀਤ ਹੁੰਦੀ ਹੈ। ਜਦੋਂ ਨਾਮ ਰਸੀਏ ਸਾਧ ਸੰਗਤ ਜੀ ਨਾਮ ਦੇ ਵਿੱਚ ਲਵਲੀਨ ਹੋ ਜਾਂਦੇ ਆ ਨਾ, ਉਹ ਇਸ ਭੁੱਖ ਦੇ ਰੱਸੇ ਤੋਂ ਫਿਰ ਛੁੱਟ ਜਾਂਦੇ। ਇਹ ਸ਼ਕਤੀ ਕਰਕੇ ਹੀ ਪ੍ਰਤੀਤ ਹੁੰਦੀ ਹੈ। ਸਾਨੂੰ ਕੁਦਰਤ ਕਰਕੇ ਹੀ ਭੁੱਖ ਲੱਗਦੀ ਹੈ। ਤੇ ਜਿਹੜੇ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਆ ਉਹਨਾਂ ਨੂੰ ਭੁੱਖ ਵੀ ਨਹੀਂ ਲੱਗਦੀ। ਉਹ ਬਾਹਰੋਂ ਮਰਿਆਦਾ ਰੱਖ ਲੈਂਦੇ, ਕਈ ਵਾਰੀ ਸੰਸਾਰ ਦੀ ਇੱਕ ਅੱਧਾ ਪ੍ਰਸ਼ਾਦਾ ਛਕ ਲੈਂਦੇ ਆ। ਉਹਨਾਂ ਦੀ ਕਿਰਿਆ ਜਿਹੜੀ ਹੈ ਨਾ ਸਾਰੀ ਦੇਹ ਦੀ, ਇਹ ਨਾਮ ਦੇ ਆਸਰੇ ਚੱਲਣ ਲੱਗ ਪੈਂਦੀ, ਵਾਹਿਗੁਰੂ ਦੇ ਆਸਰੇ ਚੱਲਣ ਲੱਗ ਪੈਂਦੀ ਹੈ। ਤਾਂ ਸਾਧ ਸੰਗਤ ਜੀ ਬਹੁਤ ਐਸੇ ਸਾਧੂ ਮਹਾਂਪੁਰਖ ਹੋਏ ਹੈ ਜਿਨ੍ਹਾਂ ਨੇ ਦੇਹ ਰੂਪ ਵਿੱਚ ਕਈ ਮਹੀਨੇ ਕਈ ਸਾਲ ਸਮਾਧੇ ਲਾ ਛੱਡੇ ਹੈ। ਮਹੰਤ ਕਿਰਪਾਲ ਦਾਸ ਉਦਾਸੀ ਇਹ ਵੀ ਸਮਾਧੀ ਲੀਨ ਰਿਹਾ ਕਰਦੇ ਸੀ, ਜਿਨ੍ਹਾਂ ਨੇ ਹਯਾਤ ਖਾਨ ਦਾ ਸਿਰ ਤੋੜਿਆ ਸੀ ਕੁਤਕਾ ਮਾਰ ਕੇ। ਬਹੁਤ ਐਸੇ ਸਾਧੂ ਪੁਰਖ ਜਿਹੜੇ ਭੁੱਖ ਤੋਂ ਫਿਰ ਆਜ਼ਾਦ ਹੋ ਜਾਂਦੇ ਆ। ਉਹ ਕਿੱਦਾਂ ਹੁੰਦੇ ਆ? ਵਾਹਿਗੁਰੂ ਜੀ ਦੇ ਸਰੂਪ ਦੇ ਆਸਰੇ, ਕਿਉਂਕਿ ਉਹਨਾਂ ਨੂੰ ਕਾਦਰ ਦਾ ਕੁਦਰਤ ਸਮਝ ਪੈ ਜਾਂਦੀ ਹੈ ਤੇ ਉਹ ਕਾਦਰ ਵਿੱਚ ਜਾ ਕਰਕੇ ਸਮਾ ਜਾਂਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਭਾਈ ਭੁੱਖ ਹੈ ਨਾ, ਇਹ ਵੀ ਪ੍ਰਤੀਤ ਹੁੰਦੀ ਹੈ। ਤੇ ਸਤਿਗੁਰੂ ਕਹਿੰਦੇ ਭਾਈ ਕੁਦਰਤ ਸ਼ਕਤੀ ਕਰਕੇ, ਇਸ ਕਰਕੇ ਜਿਹੜਾ ਖਾਣਾ ਹੈ ਨਾ, ਇਹ ਕੁਦਰਤ ਸ਼ਕਤੀ ਕਰਕੇ ਹਜੂਰ ਕਹਿੰਦੇ ਹਨ। ਕੁਦਰਤ ਖਾਣਾ ਪੀਣਾ ਪਹਿਨਣ। ਤੇ ਕਿੰਨੇ ਪ੍ਰਕਾਰ ਦੇ ਫਿਰ ਰਸ ਪੀਂਦਾ ਹੈ ਜੀਵ, ਕਿਤੇ ਕੋਈ ਅਰਕ ਕੱਢ ਕੇ, ਕੋਈ ਫਲਾਂ ਦੇ ਜੂਸ ਕੱਢ ਕੇ। ਇਹ ਜਿਹੜਾ ਪਾਣੀ ਆਦਿਕ ਦਾ ਪੀਣਾ ਵੀ ਆ, ਮਹਾਰਾਜ ਕਹਿੰਦੇ ਇਹਨੂੰ ਭਾਸਦਾ ਨਾ ਕਿ ਤ੍ਰੇਹ ਲੱਗ ਗਈ ਪਈ, ਬੜੀ ਡਾਹ ਲੱਗੀ ਹੈ, ਪਾਣੀ ਪੀਵੀਏ। ਇਹ ਵੀ ਕੁਦਰਤ ਸ਼ਕਤੀ ਕਰਕੇ ਹੀ ਪ੍ਰਤੀਤ ਹੁੰਦਾ। ਤੇ ਜਿਹੜਾ ਪਹਿਨਣਾ ਹੈ ਕੱਪੜਿਆਂ ਦਾ ਸੋਹਣਾ, ਇਹਨੂੰ ਐਵੇਂ ਨਹੀਂ ਸ਼ਕਤੀ ਕਰਕੇ ਪ੍ਰਤੀਤ ਹੁੰਦਾ ਕਿ ਮੈਂ ਸੋਹਣਾ ਲੱਗਾ, ਭਾਵੇਂ ਦੂਜਾ ਤੇ ਕੋਈ ਨਾ ਹੀ ਵੇਖੇ, ਪਰ ਇਹਨੂੰ ਪ੍ਰਤੀਤ ਹੋਈ ਜਾਂਦਾ ਕਿ ਮੈਂ ਬੜਾ ਸੋਹਣਾ ਫੱਬਾਂ। ਇਹ ਮਹਾਰਾਜ ਕਹਿੰਦੇ ਭਾਈ ਇਹ ਖਾਣਾ ਪੀਣਾ ਤੇ ਪਹਿਨਣਾ
ਪਰਮੇਸ਼ਰ ਦੀ ਕੁਦਰਤ ਸ਼ਕਤੀ ਕਰਕੇ ਹੀ ਜੀਆਂ ਵਿੱਚ ਵਰਤ ਰਿਹਾ ਏ। ਕੁਦਰਤ ਸਰਬ ਪਿਆਰ, ਜਿਹੜਾ ਸਾਰਿਆਂ ਦਾ ਪਰਸਪਰ ਆਪਸ ਵਿੱਚ ਪਿਆਰ ਹੈ ਨਾ, ਵੀ ਕੁਦਰਤ ਸ਼ਕਤੀ ਕਰਕੇ ਹੀ ਹੈ। ਪਰਮੇਸ਼ਰ ਦੀ ਕੁਦਰਤ ਹੀ ਵਰਤ ਰਹੀ ਹੈ। ਤੇ ਜਿਹੜਾ ਜੀਆਂ ਦੇ ਅੰਦਰ ਇਹ ਮੋਹ ਪਿਆ ਹੋਇਆ ਹੈ, ਸਾਧ ਸੰਗਤ ਜੀ, ਇਹ ਕਿਵੇਂ ਜਿਹੜਾ ਹੈ ਸਮਾਜਿਕ ਢਾਂਚਾ ਜਿਹੜਾ ਨਾ, ਇਹ ਪਰਮੇਸ਼ਰ ਨੇ ਵੇਖੋ ਕਿਹੋ ਜੀ ਅਸਚਰਜ ਕੁਦਰਤ ਰਚੀ ਹੈ ਕਿ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਵੇਖੋ ਆਪਸ ਵਿੱਚ ਜੁੜੇ ਹੋਏ ਆ ਤੇ ਇੱਕ ਦੂਸਰੇ ਦਾ ਕੰਮ ਇੱਕ ਦੂਸਰੇ ਨਾਲ ਜੁੜਿਆ ਹੋਇਆ ਹੈ। ਇਹ ਸਮਾਜ ਦੇ ਵਿਹਾਰ ਵੀ ਇੱਕ ਦੂਸਰੇ ਨਾਲ ਜੁੜੇ ਹੋਏ ਆ, ਕਾਰੋਬਾਰ ਵੀ ਇੱਕ ਦੂਸਰੇ ਨਾਲ ਜੁੜੇ ਹੋਏ ਆ। ਮਹਾਰਾਜ ਕਹਿੰਦੇ ਭਾਈ ਪਰਸਪਰ ਭਾਵੇਂ ਕੋਈ ਮਤਲਬ ਨਾਲ ਹੀ ਪਿਆਰ ਕਰਦਾ ਹੈ ਜਾਂ ਕੋਈ ਸਰੀਰਕ ਮੋਹ ਕਰਕੇ ਖਿੱਚਿਆ ਚਲਿਆ ਆਉਂਦਾ ਹੈ, ਕੋਈ ਮਾਇਆ ਕਰਕੇ ਮਤਲਬ ਕਰਦਾ ਹੈ, ਮਹਾਰਾਜ ਕਹਿੰਦੇ ਹੈ ਇਹ ਸਾਰਾ ਕੁਦਰਤ ਕਰਕੇ ਹੀ ਆ, ਪਰਮੇਸ਼ਰ ਦੀ ਸ਼ਕਤੀ ਕਰਕੇ ਹੀ ਪਰਸਪਰ ਆਪਸ ਵਿੱਚ ਸਾਰਿਆਂ ਦਾ ਪਿਆਰ ਹੈ। ਕੁਦਰਤ ਜਾਤੀ ਜਿਨਸੀ ਰੰਗੀ, ਫਿਰ ਪਰਮੇਸ਼ਰ ਦੀ ਕੁਦਰਤ ਕਰਕੇ ਹੀ ਜਾਤਾਂ ਨੇ, ਜਿਹੜੀਆਂ ਖੱਤਰੀਆਂ ਦੀਆਂ ਜਾਤਾਂ ਹੁੰਦੀਆਂ, ਫਿਰ ਬ੍ਰਾਹਮਣਾਂ ਦੀਆਂ ਵੀ ਕਿੰਨੀਆਂ ਜਾਤਾਂ ਹੁੰਦੀਆਂ, ਗੋਤਰ ਹੀ ਨਹੀਂ ਗਿਣੇ ਜਾਂਦੇ, ਬੜੇ ਗੋਤਰ ਹੈ ਇਹਨਾਂ ਦੇ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੂਦਰਾਂ ਦੀਆਂ ਕਿੰਨੀਆਂ ਜਾਤੀਆਂ ਨੇ, ਵੈਸ਼ਾਂ ਦੀਆਂ ਕਿੰਨੀਆਂ ਜਾਤੀਆਂ ਨੇ, ਤੇ ਇਹ ਕਿਨ ਬਣਾਈਆਂ ਨੇ। ਕਈ ਕਹਿੰਦੇ ਜੀ ਬ੍ਰਾਹਮਣ ਨੇ ਲਿਖ ਦਿੱਤੀਆਂ ਸਾਰੀਆਂ ਜਾਤਾਂ। ਇਹ ਸਾਧ ਸੰਗਤ ਜੀ ਕੁਦਰਤ ਸ਼ਕਤੀਕਾਰੀ ਲਿਖੀ ਹੈ। ਬ੍ਰਾਹਮਣ ਕੋਈ ਵੱਡਾ ਸਮਰੱਥ ਨਹੀਂ ਪਰਮੇਸ਼ਰ ਦੇ ਬਰਾਬਰ ਨਾ, ਉਹਨੂੰ ਵੀ ਲਿਖਿਆ ਉਹਨੇ, ਤੇ ਫਿਰ ਕੁਦਰਤ ਸ਼ਕਤੀ ਕਰਕੇ ਹੀ ਉਹਨੂੰ ਜਿਹੜਾ ਹੈ ਉਹ ਜਿੰਨਾ ਗਿਆਨ ਹੋਇਆ ਉਹਨੂੰ ਲਿਖ ਦਿੱਤਾ, ਉਹੋ ਜੀ ਵਿਵਸਥਾ ਸਮਾਜ ਦੀ ਬਣਾ ਦਿੱਤੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕੁਦਰਤ ਜਾਤੀ ਜਿਨਸੀ, ਫਿਰ ਜਿਹੜੀਆਂ ਜਿਨਸਾਂ ਹੁੰਦੀਆਂ ਜਿਵੇਂ ਘੋੜਾ ਹੈ, ਖੱਚਰ ਹੈ, ਇੱਕ ਇੱਕ ਜਾਤੀ ਦੇ ਅੱਗੇ ਜਿਹੜਾ ਤਬਦੀਲੀ ਹੁੰਦੀ ਉਹਨੂੰ ਜਿਨਸ ਕਹਿੰਦੇ ਆ। ਜਿਵੇਂ ਆਪਾਂ ਮਨੁੱਖਾਂ ਵਿੱਚ ਕਿੰਨੀਆਂ ਜਿਨਸਾਂ ਨੇ, ਕਿਉਂਕਿ ਗੋਰਿਆਂ ਨਾਲ ਸਾਡੀ ਨਸਲ ਨਹੀਂ ਰਲਦੀ, ਤੇ ਜੇ ਅਸੀਂ ਵੇਖੀਏ ਸਾਨੂੰ ਗੋਰੇ ਸਾਰੇ ਇੱਕੇ ਜਿਹੇ ਜਾਪਦੇ ਆ, ਤੇ ਜੇ ਗੋਰੇ ਸਾਨੂੰ ਵੇਖਣ ਨੂੰ ਕਹਿੰਦੇ ਸਰਦਾਰ ਇੱਕੇ ਜਿਹੇ ਹੀ ਆ। ਜਿਵੇਂ ਆ ਸਾਨੂੰ ਇੱਧਰ ਗੁਜਰਾਤ ਦੇ ਜਾਂ ਮਰੱਟੇ ਵੀ ਸਾਰੇ ਵੇਖਣ ਨੂੰ ਭਰਾਵਾ ਇੱਕੋ ਹੋਵੇ ਤਾਂ ਇੱਕੇ ਜਿਹੇ ਹੀ ਦਿਖਦੇ ਆ, ਇਵੇਂ ਉਹ ਸਾਨੂੰ ਜਦੋਂ ਵਹਿੰਦੇ ਆ ਤੇ ਕਹਿੰਦੇ ਸਾਨੂੰ ਤੁਸੀਂ ਇੱਕੋ ਜਿਹੇ ਦਿਸਦੇ ਆ, ਪਰ ਨਸਲ ਦਾ ਫਰਕ ਹੈ। ਇਵੇਂ ਸਾਧ ਸੰਗਤ ਜੀ ਇਹ ਜਿਨਸਾਂ ਹੁੰਦੀਆਂ, ਮਹਾਰਾਜ ਕਹਿੰਦੇ ਆ ਵੀ ਕੁਦਰਤ ਸ਼ਕਤੀ ਕਰਕੇ ਹੀ ਬਣੀਆਂ ਹੋਈਆਂ ਹਨ, ਪਰਮੇਸ਼ਰ ਦੀ ਸ਼ਕਤੀ ਕਰਕੇ ਹੀ ਇਹ ਵੱਖਰੀਆਂ ਵੱਖਰੀਆਂ ਜਿਨਸਾਂ ਜਿਹੜੀਆਂ ਭਾਸਦੀਆਂ। ਹਜੂਰ ਕਹਿੰਦੇ ਆ ਕੁਦਰਤ ਜਾਤੀ ਜਿਨਸੀ ਰੰਗੀ, ਤੇ ਜਿਨਸੀ ਫਿਰ ਰੰਗੀ। ਮਹਾਰਾਜ ਕਹਿੰਦੇ ਭਾਈ ਜਿਹੜੇ ਵੱਖਰੇ ਵੱਖਰੇ ਰੰਗ ਭਾਸ ਰਹੇ ਆ ਸਰੀਰਾਂ ਦੇ ਵੀ, ਤੇ ਉਸ ਤਰ੍ਹਾਂ ਵੀ ਜਿਹੜੇ ਪ੍ਰਕਿਰਤੀ ਦੇ ਅੰਦਰ ਰੰਗ ਨੇ ਕਿੰਨੇ, ਵੇਖੋ ਪੀਲੇ ਫੁੱਲ, ਲਾਲ ਫੁੱਲ, ਇਹ ਕਿਸ ਤਰ੍ਹਾਂ ਦੇ ਰੰਗ ਵੀ ਕੁਦਰਤੀ ਹੈ ਨਾ ਪਰਮੇਸ਼ਰ ਦੀ। ਉਹਨਾਂ ਰੰਗਾਂ ਨੂੰ ਵੇਖ ਕਰਕੇ ਕਈ ਵਾਰੀ ਬਾਗ ਬਗੀਚਿਆਂ ਨੂੰ ਵੇਖ ਕਰਕੇ ਕਵੀਆਂ ਨੂੰ ਕਿਆ ਨਜ਼ਾਰਾ ਆਉਂਦਾ ਤੇ ਕਵਿਤਾ ਫੁਰ ਉੱਠਦੀ। ਮਹਾਰਾਜ ਕਹਿੰਦੇ ਸਭ ਕੁਦਰਤ ਸ਼ਕਤੀ ਕਰਕੇ ਹੀ ਰੰਗ ਆਦਿਕ ਜਿਹੜੇ ਆ ਉਹ ਦਿਸ ਰਹੇ ਆ। ਕਿਆ ਦਰਿਆਵਾਂ ਵਿੱਚ ਸਵੱਛ ਪਾਣੀ ਉਛਲ ਰਿਹਾ ਹੈ, ਸਮੁੰਦਰ ਨੀਲਾ ਹੀ ਸਾਰਾ ਭਾਸ ਰਿਹਾ ਆਕਾਸ਼ ਦੇ ਭਾਵ ਦੇ ਨਾਲ। ਇਉਂ ਮਹਾਰਾਜ ਕਹਿੰਦੇ ਭਾਈ ਰੰਗ ਭਾਸ ਰਹੇ ਆ ਸਾਰੇ ਕੁਦਰਤ ਸ਼ਕਤੀ ਕਰਕੇ ਹੀ ਹਨ। ਕੁਦਰਤ ਜੀ ਜਹਾਨ, ਕੁਦਰਤ ਜੀ ਜਹਾਨ, ਜਿੰਨੇ ਜਹਾਨ ਦੇ ਇਹ ਸਾਰੇ ਜੀ ਹਨ ਨਾ, ਇਹ ਕੁਦਰਤ ਸ਼ਕਤੀ ਕਰਕੇ ਹੀ ਹੈ। ਮਹਾਰਾਜ ਕਹਿੰਦੇ ਜਿਹੜੇ ਪ੍ਰਤੀਤ ਹੋ ਰਹੇ ਹੈ, ਸਾਨੂੰ ਪ੍ਰਤੀਤ ਹੋ ਰਹੀਆਂ 84 ਲੱਖ ਜੂਨਾਂ ਹੈਗੀਆਂ, ਕੁਝ ਵੇਖੀਆਂ ਕੁਝ ਨਹੀਂ ਵੇਖੀਆਂ, ਕੁਝ ਦਿਸਦੀਆਂ। ਤੇ ਸਾਧ ਸੰਗਤ ਜੀ ਉਹ ਜੋ ਕੁਝ ਵੀ ਪ੍ਰਤੀਤ ਹੋ ਰਿਹਾ ਨਾ, ਮਹਾਰਾਜ ਕਹਿੰਦੇ ਜਿੰਨੇ ਜਹਾਨ ਦੇ ਇਸ ਕਾਇਨਾਤ ਦੇ ਜੀਵ ਹਨ ਉਹ ਕੁਦਰਤ ਸ਼ਕਤੀ ਕਰਕੇ ਹੀ ਵਾਹਿਗੁਰੂ ਨੇ ਬਣਾਏ ਆ, ਕੁਦਰਤ ਸ਼ਕਤੀ ਕਰਕੇ ਭਾਸਦੇ ਆ। ਕੁਦਰਤ ਨੇਕੀਆ, ਕੁਦਰਤ ਨੇਕੀਆਂ, ਜਿਹੜਾ ਨੇਕੀਆਂ ਦਾ ਭਾਵ ਹੈ ਭਲੇ ਕਰਮ ਕਰਨੇ, ਨੇਕੀ ਕਰਨੀ, ਉਪਕਾਰ ਕਰਨਾ, ਇਹ ਵੀ ਕੁਦਰਤ ਸ਼ਕਤੀ ਕਰਕੇ ਹੀ ਹੈ ਨਾ। ਕਿਸੇ ਨੂੰ ਆਹ ਸਹਾਏ ਵੇਖ ਕਰਕੇ ਉਹਦੀ ਸਹਾਇਤਾ ਕਰਨੀ। ਕੋਈ ਅੰਨਾ ਹੈ ਤੇ ਸੜਕ ਨਹੀਂ ਪਾਰ ਕਰ ਸਕਦਾ, ਨੇਕੀ ਕਰਨੀ ਉਹਦੇ ਨਾਲ ਕਿ ਉਹਨੂੰ ਸੜਕ ਪਾਰ ਕਰਵਾ ਦੇਣੀ। ਕੋਈ ਨਿਰਧਨ ਹੈ ਉਹਦੀ ਮਦਦ ਕਰ ਦੇਣੀ, ਕੋਈ ਭੁੱਖਾ ਹੈ ਉਹਨੂੰ ਭੋਜਨ ਦੇ ਦੇਣਾ, ਨੰਗਾ ਉਹਨੂੰ ਵਸਤਰ ਦੇਣਾ, ਹਰੇਕ ਦੇ ਉੱਤੇ ਉਪਕਾਰ ਕਰਨਾ, ਨੇਕੀਆਂ ਕਰਨੀਆਂ ਜਿਹੜੀਆਂ ਮਹਾਰਾਜ ਕਹਿੰਦੇ ਵੀ ਭਾਈ ਕੁਦਰਤ ਸ਼ਕਤੀ ਕਰਕੇ ਹੀ ਭਾਸਦਾ ਹੈ, ਕੁਦਰਤ ਕਰਕੇ ਨੇਕੀਆਂ ਦਾ ਭਾਵ ਹੈ। ਕੁਦਰਤ ਬਦੀਆ, ਤੇ ਇਹਦੇ ਬਰਾਬਰ ਨੇਕੀਆਂ ਤਾਂ ਸ਼ਕਤੀ ਕਰਕੇ ਭਾਸਦੀਆਂ ਕਿਉਂਕਿ ਮਹਾਰਾਜ ਕਹਿੰਦੇ ਕੁਦਰਤ ਸ਼ਕਤੀ ਕਰਕੇ ਬਦੀਆਂ ਨੇ।
ਕੋਈ ਸ਼ਰਾਬ ਪੀ ਜਾਂਦਾ, ਜੂਆ ਖੇਡੀ ਜਾਂਦਾ, ਬਦਫੇਲੀ ਕਰੀ ਜਾਂਦਾ, ਵਿਭਚਾਰ ਕਰ ਰਿਹਾ ਹੈ, ਉਹ ਸੋਚ ਰਿਹਾ ਵੀ ਸੁੱਖ ਭੋਗ ਰਹੇ ਹਾਂ, ਬੜਾ ਆਨੰਦ ਆ ਰਿਹਾ ਹੈ। ਪੌੜੀ ਵਿੱਚ ਮਹਾਰਾਜ ਦੱਸਣਗੇ ਫਿਰ, ਕਿਉਂਕਿ ਆਨੰਦ ਭੋਗਣ ਵਾਲਾ ਨਸ਼ਾ ਖਾ ਕੇ ਤੇ ਭੋਗਾਂ ਨੂੰ ਭੋਗਦਾ, ਵਿਭਚਾਰ ਕਹਿੰਦਾ ਕਰਦਾ, ਉਹ ਕਥਾ ਸੁਣ ਕੇ ਕਹਿ ਹੀ ਦਊਗਾ ਨਾ ਵੀ ਬਾਬਾ ਜੀ ਤੁਸੀਂ ਆਖਿਆ ਸੀ ਕੁਦਰਤ ਕਰਕੇ ਹੀ ਹੈ, ਤੇ ਫਿਰ ਆਨੰਦ ਲੈਣ ਦਿਓ ਸਾਨੂੰ। ਮਹਾਰਾਜ ਪੌੜੀ 'ਚ ਖੁਲਾਸਾ ਕਰ ਦੇਣਗੇ ਸਾਰਾ ਸੱਚੇ ਪਾਤਸ਼ਾਹ ਜੀ। ਨੇਕੀਆਂ ਦਾ ਭਾਵ ਉਦੋਂ ਤੱਕ ਹੈ ਜਦੋਂ ਤੱਕ ਬਦੀਆਂ ਨੇ, ਤੇ ਸਾਧ ਸੰਗਤ ਜੀ ਬਦੀ ਦੀ ਪਹਿਚਾਣ ਵੀ ਨੇਕੀ ਕਰਕੇ ਹੈ, ਤੇ ਨੇਕੀ ਦੀ ਪਹਿਚਾਣ ਬਦੀ ਕਰਕੇ ਹੈ, ਦਿਨ ਦੀ ਪਹਿਚਾਣ ਰਾਤ ਕਰਕੇ ਹੈ, ਰਾਤ ਦੀ ਪਹਿਚਾਣ ਦਿਨ ਕਰਕੇ ਹੈ। ਪਰ ਜਿਹੜਾ ਮੇਰਾ ਵਾਹਿਗੁਰੂ ਹੈ ਨਾ ਸੁੱਧ ਸਰੂਪ, ਉਹਦੇ 'ਚ ਕੋਈ ਦੁੰਦਵਾਦ ਨਹੀਂ ਹੈ, ਉਹ ਤਾਂ ਆਪਣੇ ਆਪ ਵਿੱਚ ਆਪ ਹੈ। ਉੱਥੇ ਤੱਕ ਮਹਾਰਾਜ ਦਾ ਸ਼ਬਦ ਸਾਨੂੰ ਲੈ ਕਰਕੇ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜਿਹੜੀਆਂ ਬਦੀਆਂ ਔਗਣ ਭਾਸ ਰਹੇ ਆ ਵੀ ਕੁਦਰਤ ਸ਼ਕਤੀ ਕਰਕੇ ਹੀ ਜਿਹੜੇ ਆ ਭਾਸ ਰਹੇ ਆ ਜੀਵ, ਉਹਦੇ ਵਿੱਚ ਮਾਇਆ ਦੇ ਕਰਕੇ ਹੀ ਫਸ ਗਏ ਆ ਨਾ, ਕਿ ਬੜਾ ਆਨੰਦ ਆ ਰਿਹਾ, ਬੜਾ ਸੁੱਖ ਮਿਲ ਰਿਹਾ। ਕੋਈ ਕਿਸੇ ਨੂੰ ਧੋਖਾ ਦੇਣ 'ਚ ਹੀ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਕਿ ਵੀ ਚੰਗਾ ਅੜਿੱਕੇ ਚੜਿਆ, ਹੁਣ ਠੱਗ ਲਓ ਇਹਨੂੰ। ਇਸ ਤਰ੍ਹਾਂ ਮਹਾਰਾਜ ਕਹਿੰਦੇ ਕੁਦਰਤ ਸ਼ਕਤੀ ਕਰਕੇ ਬਦੀਆਂ ਹੋ ਰਹੀਆਂ ਨੇ, ਔਗਣ ਹੋ ਰਹੇ ਆ। ਕੁਦਰਤ ਮਾਨ ਅਭਿਮਾਨ, ਤੇ ਕੁਦਰਤ ਸ਼ਕਤੀ ਕਰਕੇ ਹੀ ਜੀ ਦੇ ਅੰਦਰ ਮਾਣ ਦੀ ਇੱਛਾ ਬਣੀ ਰਹਿੰਦੀ ਵੀ ਹਾਰ ਪਏ ਨਹੀਂ ਯਾਰ, ਗੱਲ ਬਣੀ ਨਹੀਂ। ਇਸ ਤਰ੍ਹਾਂ ਇਹ ਕੁਦਰਤ ਸ਼ਕਤੀ ਕਰਕੇ ਹੀ ਬਣੇ ਰਹਿੰਦੇ ਨੇ ਵੀ ਸਰੋਪਾ ਮਿਲੇ, ਜੈ ਜੈਕਾਰ ਹੋਵੇ, ਫੁੱਲਾਂ ਦੀ ਹੋਵੇ ਬਰਖਾ, ਤੇ ਫਿਰ ਆਨੰਦ ਆਉਂਦਾ ਹੈ। ਇਹ ਮਾਣ ਦਾ ਭਾਵ ਅੰਦਰ ਬਣਿਆ ਰਹਿੰਦਾ ਹੈ। ਤੇ ਅਭਿਮਾਨ ਇਹ ਵੀ ਕੁਦਰਤ ਸ਼ਕਤੀ ਕਰਕੇ ਹੀ ਹੈ ਨਾ, ਕਿ ਅੰਦਰ ਅਭਿਮਾਨ ਫੁਰਦਾ ਰਹਿੰਦਾ, ਨਹੀਂ ਤਾਂ ਮੁਰਦੇ ਨੂੰ ਕੀ ਫੁਰਦਾ ਹੈ। ਇਹ ਕੁਦਰਤ ਸ਼ਕਤੀ ਕਰਕੇ ਹੀ ਹੈ ਕਿ ਮੈਂ ਬੜਾ ਗਿਆਨੀ ਹਾਂ, ਸਾਨੂੰ ਤਾਂ ਸਭ ਪਤਾ ਹੈ, ਮੈਂ ਬੜੀ ਰਾਗ ਵਿਦਿਆ ਸਿੱਖੀ ਹੈ, ਸਾਨੂੰ ਅਕਲ ਹੀ ਬੜੀ, ਅਸੀਂ ਦਾਨੇ ਹਾਂ ਪੂਰੇ। ਇਹ ਵੀ ਮਹਾਰਾਜ ਕਹਿੰਦੇ ਭਾਈ ਉਹਦੀ ਕੁਦਰਤ ਸ਼ਕਤੀ ਕਰਕੇ ਹੀ ਮਾਨ ਤੇ ਅਭਿਮਾਨ ਜਿਹੜਾ ਨਾ ਇਹ ਵਰਤ ਰਿਹਾ ਜੀਆਂ ਦੇ ਅੰਦਰ। ਸਤਿਕਾਰ ਦੀ ਤੇ ਇਸ ਪ੍ਰਕਾਰ ਇੱਛਾ ਜਿਹੜੀ ਆ, ਅਭਿਮਾਨ ਤੋਂ ਅਰਥ ਨਿੰਦਾ ਵੀ ਹੈ, ਜਿਹੜਾ ਹੈ ਅਪਕਾਰ ਨਿੰਦਾ ਹੋਣੀ। ਇਹ ਵੀ ਮਹਾਰਾਜ ਕਹਿੰਦੇ ਭਾਈ ਨਿੰਦਾ ਦੇਖ ਸੁਣ ਕੇ ਜਿਹੜਾ ਹੈ ਜਦੋਂ ਥੋੜਾ ਜਿਹਾ ਹੋ ਜਾਂਦਾ ਹੈ ਜੀਵ, ਘਟ ਜਾਂਦਾ ਮਨ, ਬੜਾ ਖੀਨ ਜਿਹਾ ਹੋ ਜਾਂਦਾ, ਕਿਉਂ ਹੋਏ ਕੀ ਹੋ ਗਿਆ, ਬੜਾ ਸਤਿਕਾਰ ਸੀ, ਲੋਕ ਤਾਂ ਮੇਰੀ ਨਿੰਦਾ ਕਰਨ ਲੱਗ ਪਏ। ਮਹਾਰਾਜ ਕਹਿੰਦੇ ਵੀ ਸ਼ਕਤੀ ਕਰਕੇ ਹੀ ਹੈ। ਇਹ ਜੋ ਕੁਝ ਪਰਮੇਸ਼ਰ ਦੇ ਹੁਕਮ 'ਚ ਵਰਤ ਰਿਹਾ ਕੁਦਰਤ ਸ਼ਕਤੀ ਕਰਕੇ ਵਰਤ ਰਿਹਾ ਹੈ। ਕੁਦਰਤ ਪੌਣ ਪਾਣੀ ਬੈ ਸੰਤਰ, ਫਿਰ ਕੁਦਰਤ ਮਹਾਰਾਜ ਕਹਿੰਦੇ ਪੌਣ ਜਿਹੜੀ ਹੈ ਨਾ ਵੀ ਵਾਹਿਗੁਰੂ ਦੀ ਕੁਦਰਤ ਸ਼ਕਤੀ ਕਰਕੇ ਹੀ ਵਗ ਰਹੀ ਹੈ। ਫਿਰ ਸੱਚੇ ਪਾਤਸ਼ਾਹ ਕਹਿੰਦੇ ਪਾਣੀ ਵੀ ਸ਼ਕਤੀ ਦਾ ਹੀ, ਕੁਦਰਤ ਦਾ ਹੀ ਇੱਕ ਹਿੱਸਾ ਹੈ। ਕੁਦਰਤ ਕਰਕੇ ਸ਼ਕਤੀ ਕਰਕੇ ਪਾਣੀ ਜਿਹੜਾ ਜੀਆਂ ਦਾ ਆਧਾਰ ਬਣਿਆ ਹੈ, ਹਵਾ ਜਿਹੜੀ ਹੈ ਜੀਵਾਂ ਦੇ ਸਵਾਸ ਰੂਪ ਬਣੀ ਹੋਈ ਹੈ, ਤੇ ਜਿਹੜੀ ਅਗਨੀ ਹੈ ਮਹਾਰਾਜ ਕਹਿੰਦੇ ਭਾਈ ਇਹ ਵੀ ਪਰਮੇਸ਼ਰ ਦੀ ਕੁਦਰਤ ਵੈ ਨਾ, ਸ਼ਕਤੀ ਹੈ। ਇਹ ਤੱਤਾਂ ਦਾ ਜਿਹੜਾ ਮਹਾਰਾਜ ਜੀ ਦੱਸ ਰਹੇ ਹੈ ਨਾ, ਇਹ ਤੱਤਾਂ ਦੀ ਹੋਂਦ ਹੀ ਪਰਮੇਸ਼ਰ ਨੇ ਸਾਧ ਸੰਗਤ ਜੀ ਮਾਇਆ ਤੋਂ ਹੀ ਸਭ ਕੁਝ ਬਣਾਇਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਤੱਤ ਜਿਹੜੇ ਹੈ ਇਹ ਵੀ ਕੁਦਰਤ ਸ਼ਕਤੀ ਕਰਕੇ, ਅੱਗ ਵੇਖੋ ਭੋਜਨ ਹਜਮ ਕਰ ਰਹੀ ਹੈ, ਕੈਸੀ ਕੁਦਰਤ ਸ਼ਕਤੀ ਹੈ। ਸਗਲ ਬਨਸਪਤ ਮਹਿ ਬੈ ਸੰਤਰ, ਸਾਰੀ ਬਨਸਪਤੀ ਦੇ ਵਿੱਚ ਅੱਗ ਛੁਪੀ ਹੋਈ ਹੈ, ਲੱਕੜ ਨੂੰ ਸਾੜਦੀ ਨਹੀਂ ਪਈ, ਕਿੱਡੀ ਜ਼ਿਆਦੀ ਇਹ ਕੁਦਰਤ ਵਾ। ਅਚਰਜੀ ਹੈ ਨਾ ਪਰਮੇਸ਼ਰ ਦੇ। ਜੋ ਮਹਾਰਾਜ ਵਿਸਮਾਦ ਕਿਹਾ ਸੀ ਅਗਨੀ ਵਿਸਮਾਦ ਹੈ, ਇੱਥੇ ਮਹਾਰਾਜ ਕਹਿੰਦੇ ਕੁਦਰਤ ਸ਼ਕਤੀ ਕਰਕੇ ਹੀ ਅੱਗ ਪਾਣੀ ਤੇ ਹਵਾ ਜਿਹੜੇ ਹਨ ਇਹ ਸ਼ਕਤੀ ਕਰਕੇ ਕੁਦਰਤ ਕਰਕੇ ਹਨ। ਕੁਦਰਤ ਧਰਤੀ ਖਾਕ, ਫਿਰ ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਧਰਤੀ ਹੈ ਤੇ ਜਿਹੜੀ ਇਸ ਪ੍ਰਕਾਰ ਮਿੱਟੀ ਦੀ ਬਣੀ ਹੋਈ ਹੈ ਨਾ, ਮਿੱਟੀ ਹੈ ਨਾ ਧਰਤੀ, ਕਿਤੇ ਭਾਵੇਂ ਪਥਰੀਲੀ ਹੈ ਕੁਝ ਖਾਣਾ ਨੇ ਪਰ ਮੁੱਖ ਭਾਵ ਮਿੱਟੀ ਹੈ। ਮਹਾਰਾਜ ਕਹਿੰਦੇ ਖਾਕ ਜਿਹੜੀ ਮਿੱਟੀ ਹੈ ਨਾ ਵੀ ਕੁਦਰਤ ਸ਼ਕਤੀ ਕਰਕੇ ਹੀ ਪਾਸ ਰਹੀ ਹੈ ਕਿ ਧਰਤੀ ਹੈ। ਤੇ ਸਾਨੂੰ ਸਾਧ ਸੰਗਤ ਜੀ ਦੇਹਾਂ ਨੂੰ ਧਰਤੀ ਚਾਹੀਦੀ ਹੈ ਨਾ, ਫਿਰ ਧਰਤੀ ਤੋਂ ਬਿਨਾਂ ਦੇਹਾਂ ਕਿੱਦਾਂ ਖੜੀਆਂ ਰਹਿ ਜਾਣਗੀਆਂ। ਦੇਹਾਂ ਧਰਤੀ ਤੋਂ ਬਿਨਾਂ ਨਹੀਂ ਰਹਿ ਸਕਦੀਆਂ। ਜਿਹੜਾ ਸਾਡਾ ਸੁੱਧ ਸਰੂਪ ਹੈ ਉਹਨੂੰ ਖਲੋਣ ਲਈ ਧਰਤੀ ਨਹੀਂ ਚਾਹੀਦੀ, ਉਹਨੂੰ ਤਾਂ ਸਾਧ ਸੰਗਤ ਜੀ ਉਹਦਾ ਆਸਰਾ ਨਿਰੰਕਾਰ ਹੈ। ਇਹ ਧਰਤੀ ਜਿਵੇਂ ਸੂਰਜ ਚੰਦਰਮਾ ਤਾਰੇ ਆ ਨਾ ਪੁਲਾੜ ਵਿੱਚ, ਇਵੇਂ ਹੀ ਉੱਡਦੀ ਪਈ ਹੈ ਸਾਰੇ ਬ੍ਰਹਿਮੰਡ ਦੇ ਅੰਦਰ। ਧਰਤੀ ਦੇ ਅੰਦਰ ਕੋਈ ਥੰਮਾ ਨਹੀਂ ਥੱਲੇ ਦਿੱਤਾ ਹੋਇਆ ਕਿ ਬੜਾ ਕੋਈ ਸੀਮਟ ਪਾ ਕੇ ਸਰੀਏ ਲਾ ਕੇ ਥੱਲੇ ਕੋਈ ਥੰਮਾ ਦਿੱਤਾ ਹੋਊਗਾ। ਇਹ ਮਹਾਰਾਜ ਕਹਿੰਦੇ ਕੁਦਰਤ ਸ਼ਕਤੀ ਕਰਕੇ ਧਰਤੀ ਖੜੀ ਹੈ। ਤੇ ਇਹ ਜਿਹੜੀ ਧਰਤੀ ਮਿੱਟੀ ਰੂਪ ਹੈ, ਖਾਕ ਰੂਪ, ਮਹਾਰਾਜ ਕਹਿੰਦੇ ਕੁਦਰਤ ਸ਼ਕਤੀ ਕਰਕੇ, ਇਹਦਾ ਦਿਸਣਾ ਵੀ ਧਰਤੀ ਦਾ ਸ਼ਕਤੀ ਕਰਕੇ ਹੀ ਹੈ।
ਇਹ ਧਰਤੀ ਦਾ ਦਿਖਾਈ ਦੇਣਾ ਵੀ ਜੋ ਹੋਂਦ ਰੂਪ ਵਿੱਚ ਹੈ ਨਾ, ਮਹਾਰਾਜ ਕਹਿੰਦੇ ਭਾਈ ਇਹ ਕੁਦਰਤ ਹੈ, ਪਰਮੇਸ਼ਰ ਦੀ ਸ਼ਕਤੀ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ। ਹੁਣ ਮਹਾਰਾਜ ਜੀ ਇਸ ਸ਼ਲੋਕ ਦੇ ਅਖੀਰ ਵਿੱਚ ਕਹਿੰਦੇ ਸਭ ਤੇਰੀ ਕੁਦਰਤ। ਹੁਣ ਵੇਖ ਲਓ, ਕੁਦਰਤ ਤੇ ਨਹੀਂ ਨਾ ਪਰਮੇਸ਼ਰ, ਸਭ ਤੇਰੀ ਕੁਦਰਤ ਹੈ ਵਾਹਿਗੁਰੂ। ਇਹ ਸਾਰੀ ਤੇਰੀ ਸ਼ਕਤੀ ਵਰਤ ਰਹੀ ਹੈ, ਇਹ ਤੇਰਾ ਹੀ ਵਰਤਾਰਾ ਵਰਤ ਰਿਹਾ ਹੈ। ਸਭ ਤੇਰੀ ਕੁਦਰਤ। ਫਿਰ ਪੜ੍ਹ ਦਿਓ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ। ਤੂੰ ਮਹਾਰਾਜ ਕਾਦਰ ਹੈ, ਕੁਦਰਤ ਦਾ ਕਰਨ ਵਾਲਾ ਹੈ, ਕਰਤਾ ਬਣਾਉਣ ਵਾਲਾ ਹੈ। ਸਾਰਾ ਕੁਝ ਜੋ ਰਚਨਾ ਹੋਈ ਹੈ ਇਹ ਮਹਾਰਾਜ ਤੇਰੇ ਤੋਂ ਹੋਈ ਹੈ, ਤੇਰੇ ਤੋਂ ਇਹਦੀ ਉਤਪਤੀ ਹੋਈ ਹੈ ਤੇ ਤੂੰ ਇਹਦੇ ਵਿੱਚ ਸਮਾਇਆ ਹੋਇਆ ਤੇ ਤੇਰੇ ਵਿੱਚ ਹੀ ਅਧਿਆਸਤ ਰੂਪ ਹੈ, ਕਲਪਤ ਹੈ ਤੇਰੇ ਅੰਦਰ ਹੀ। ਸਭ ਪਰਮੇਸ਼ਰ ਹੀ ਹੈ, ਵਾਹਿਗੁਰੂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਕਾਦਰ ਕਰਤਾ, ਤੂੰ ਕਾਦਰ ਹੈ, ਕੁਦਰਤ ਦਾ ਮਾਲਕ ਹੈ ਤੇ ਕਰਤਾ ਹੈ, ਸਾਰੇ ਕਾਸੇ ਨੂੰ ਕਰਨ ਵਾਲਾ ਹੈ। ਮਾਇਆ ਨੂੰ, ਸ਼ਕਤੀ ਨੂੰ, ਇਸ ਪ੍ਰਕਾਰ ਸੂਖਸ਼ਮ ਤੱਤਾਂ ਨੂੰ, ਪੰਜਾਂ ਤੱਤਾਂ ਨੂੰ, ਸਾਰੀਆਂ ਦੇਹਾਂ ਨੂੰ, ਜਿੰਨੇ ਆਕਾਰ ਨੇ ਸਭ ਨੂੰ ਕਰਨ ਵਾਲਾ ਤੂੰ ਆਪ ਹੈ। ਪਾਕੀ ਨਾਈ ਪਾਕ। ਮਹਾਰਾਜ ਪਾਕੀ ਨਾਈ ਪਾਕ, ਤੂੰ ਆਪ ਪਾਕ ਪਵਿੱਤਰ ਹੈ। ਤੇਰੀ ਜਿਹੜੀ ਨਾਈ ਮਹਿਮਾ ਹੈ ਨਾ ਉਹ ਵੀ ਬੜੀ ਪਵਿੱਤਰ ਹੈ। ਤੂੰ ਪਵਿੱਤਰਤਾ ਕਿਸੇ ਤੋਂ ਨਹੀਂ ਲਈ, ਤੂੰ ਆਪ ਹੀ ਪਵਿੱਤਰਤਾ ਦਾ ਸੋਮਾ ਹੈ ਵਾਹਿਗੁਰੂ। ਤੂੰ ਪਵਿੱਤਰ ਇੰਨਾ ਹੈ ਕਿ ਤੇਰੇ ਸਰੂਪ ਦਾ ਭਾਵ ਜਿਹਦੇ ਅੰਦਰ ਆਉਂਦਾ ਉਹਦੇ ਮਾਇਆ ਦੇ ਛੌੜ ਕੱਟੇ ਜਾਂਦੇ। ਉਹਨੂੰ ਕੁਦਰਤ ਦੇ ਵਿੱਚ ਮਹਾਰਾਜ ਹੈ ਕਾਦਰ, ਤੇਰਾ ਦਰਸ਼ਨ ਹੋ ਜਾਂਦਾ ਹੈ। ਜਦੋਂ ਕੁਦਰਤ ਵੇਖਦੇ ਆ ਨਾ ਤੇ ਸਾਧ ਸੰਗਤ ਜੀ, ਮਹਾਤਮਾ ਨੂੰ ਕੁਦਰਤ ਵਿੱਚ ਵਗਦੇ ਝਰਨੇ ਦਾ ਪਾਣੀ ਲੋਕਾਂ ਨੂੰ ਮੋਹਿਤ ਕਰਦਾ ਹੈ। ਉਹ ਕਹਿੰਦੇ ਮੇਰੇ ਵਾਹਿਗੁਰੂ ਦੀ ਅਸਚਰਜ ਕੁਦਰਤ ਹੈ। ਕਈਆਂ ਥਾਵਾਂ ਤੇ ਨਾ ਸਾਧ ਸੰਗਤ ਜੀ, ਇੱਕ ਕੈਨੇਡਾ ਦੇ ਵਿੱਚ ਜਗ੍ਹਾ, ਕਈਆਂ ਥਾਵਾਂ ਤੇ ਹੈਗੀ, ਉਹ ਧਰਤੀ ਦੀ ਜਿਹੜੀ ਹੈ ਨਾ ਉਹ ਖਿੱਚ ਕਰਕੇ ਇਦਾਂ ਪ੍ਰਤੀਤ ਹੁੰਦਾ ਹੈ। ਇੱਕ ਕੈਨੇਡਾ ਵਿੱਚ ਐਬਟਸਫੋਰਡ ਸ਼ਹਿਰ ਆ, ਉਹਦੇ ਵਿੱਚ ਇੱਕ ਜਗ੍ਹਾ ਹੈ, ਉੱਥੇ ਆਪਣੇ ਰਾਗੀ ਜਥੇ ਜਦੋਂ ਕੋਈ ਸਿੰਘ ਜਾਂਦੇ ਆ ਉਹ ਪ੍ਰੇਮੀ ਉੱਥੇ ਵਿਖਾਉਣ ਲੈ ਜਾਂਦੇ ਆ। ਤੇ ਆਮ ਜੀ ਜਗ੍ਹਾ ਜੇ ਕਿਤੇ ਇੰਡੀਆ 'ਚ ਹੁੰਦੀ ਤਾਂ ਕਿਸੇ ਨੇ ਜ਼ਰੂਰ ਉੱਥੇ ਪੂਜਾ ਦਾ ਕੋਈ ਸਾਧਨ ਬਣਾ ਲੈਣਾ ਸੀਗਾ। ਉੱਥੇ ਪਾਣੀ ਡੋਲੀਏ ਨਾ, ਸੜਕ ਦੇ ਉੱਤੇ ਚੜ੍ਹਾਈ ਹੈ ਬਿਲਕੁਲ, ਤੇ ਪਾਣੀ ਨਿਵਾਣ ਵੱਲ ਨੂੰ ਆਉਂਦਾ ਹੈ ਨਾ, ਪਰ ਪਾਣੀ ਤਾਂ ਨੂੰ ਚੜ੍ਹਨ ਲੱਗ ਪੈਂਦਾ ਜੇ। ਖਾਲੀ ਬੋਤਲ ਰੱਖ ਦਿਓ ਥੱਲੇ ਨੂੰ ਨਹੀਂ ਆਉਂਦੀ, ਉਹ ਤਾਂ ਨੂੰ ਚੜ੍ਹਨ ਲੱਗ ਪੈਂਦੀ ਹੈ ਪਹਾੜੀ ਵੱਲ ਨੂੰ। ਗੱਡੀ ਨਿਊਟਰਲ ਕਰਕੇ ਛੱਡ ਦਿਓ, ਉਹ ਥੱਲੇ ਨੂੰ ਨਹੀਂ ਆਉਂਦੀ, ਤਾਂ ਨੂੰ ਚੜ੍ਹਨ ਲੱਗ ਪੈਂਦੀ ਹੈ। ਤੇ ਜੇ ਕਿਤੇ ਇੰਡੀਆ 'ਚ ਇਹੋ ਜਿਹੀ ਜਗ੍ਹਾ ਹੁੰਦੀ ਤੇ ਵਿਖਾ ਕੇ ਲੈਣਾ ਸੀ। ਅੰਧ ਵਿਸ਼ਵਾਸ ਜ਼ਿਆਦੇ ਹੈ ਨਾ, ਲੁੱਟ ਲੈਂਦੇ ਆ। ਇਸ ਪ੍ਰਕਾਰ ਇਹ ਸਾਰੇ ਕੁਦਰਤੀਆਂ ਚੀਜ਼ਾਂ ਨੇ। ਹੁਣ ਕੁਦਰਤੀ ਹੈ ਨਾ, ਪਰਮੇਸ਼ਰ ਨੇ ਕਿਹਾ ਸੀ ਕੁਦਰਤ ਰਚੀ ਹੈ। ਸਮੁੰਦਰ ਇੰਨਾ ਜ਼ਿਆਦਾ ਤਾਂ ਵੀ ਭੈ ਵਿੱਚ ਧਰਤੀ ਨੂੰ ਡੋਬਦਾ ਹੀ ਨਹੀਂ ਹੈਗਾ, ਤੇ ਕਿੰਨਾ ਲੈਵਲ ਇਹਦਾ ਉੱਚਾ ਹੈ, ਪਰ ਫਿਰ ਵੀ ਧਰਤੀ ਨੂੰ ਨਹੀਂ ਡੋਬਦਾ ਹੈ। ਇਹ ਪਰਮੇਸ਼ਰ ਦੀ ਕੁਦਰਤ ਹੈ। ਤੇ ਪਿੱਛੇ ਕਾਦਰ ਨੂੰ ਵੇਖ ਲੈਂਦੇ ਵਾਹਿਗੁਰੂ, ਇਹ ਤੇਰੀ ਕੁਦਰਤ ਸਾਰੀ ਵਰਤ ਰਹੀ ਹੈ। ਤੂੰ ਕੁਦਰਤ ਦਾ ਮਾਲਕ ਹੈ ਤੇ ਕਰਨ ਵਾਲਾ ਹੈ ਸਾਰੇ ਪਸਾਰੇ ਨੂੰ। ਨਾਨਕ ਹੁਕਮ ਅੰਦਰ ਵੇਖਾ। ਪਾਕੀ ਨਾਈ ਪਾਕ, ਤੇਰਾ ਪਵਿੱਤਰ ਤੋਂ ਪਵਿੱਤਰ ਮਹਾਰਾਜ ਨਾਮ ਹੈ। ਤੇਰੀ ਨਾਈ ਮਹਿਮਾ ਜਿਹੜੀ ਹੈ ਨਾ ਪਵਿੱਤਰ ਤੋਂ ਪਵਿੱਤਰ, ਪਾਪੀਆਂ ਨੂੰ ਵੀ ਪਵਿੱਤਰ ਕਰ ਦੇਣ ਵਾਲੀ ਹੈ। ਨਾਨਕ ਹੁਕਮ ਅੰਦਰ ਵੇਖਾ। ਮਹਾਰਾਜ ਜੀ ਕਹਿੰਦੇ ਆਪਣੇ ਹੁਕਮ ਦੇ ਅੰਦਰ ਸਭ ਕਾਸੇ ਨੂੰ ਰੱਖਿਆ ਹੋਇਆ ਹੈ। ਸਮੁੰਦਰ ਵੀ ਹੁਕਮ 'ਚ ਹੀ ਵੱਜਾ, ਡਰਦਾ ਹੀ ਉੱਥੇ ਛੱਲਾ ਮਾਰੀ ਜਾਂਦਾ, ਉਛਲ ਕੇ ਧਰਤੀ ਨੂੰ ਨਹੀਂ ਡੋਬ ਰਿਹਾ। ਵਾਹਿਗੁਰੂ ਦੇ ਹੁਕਮ 'ਚ ਹੀ ਵੱਜੀ ਅੱਗ ਹੈ, ਹੁਕਮ 'ਚ ਹੀ ਵੱਜੀ ਹਵਾ ਹੈ, ਹੁਕਮ 'ਚ ਹੀ ਵੱਜਾ ਹੋਇਆ ਪਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਹੁਕਮ ਅੰਦਰ ਵੇਖੈ। ਆਪਣੇ ਹੁਕਮ ਦੇ ਅੰਦਰ ਸਭ ਕੁਝ ਰੱਖ ਕੇ ਫਿਰ ਆਪ ਵੇਖ ਰਿਹਾ ਹੈ। ਸਾਰੀ ਕਾਇਨਾਤ ਨੂੰ ਚਲਾ ਆਪਣੀ ਨਿਗਾਹ ਦੇ ਥੱਲੇ ਹੀ ਰਿਹਾ। ਵੇਖ ਲਓ ਇੱਕ ਇੱਕ ਜੀਵ ਤੇ ਕਿੰਨੀਆਂ ਉਹਨਾਂ ਦੀਆਂ ਅੱਗੇ ਜਿਨਸਾਂ, ਕਿੰਨੀਆਂ ਜਾਤਾਂ। ਸਾਧ ਸੰਗਤ ਜੀ, ਕੀੜੀਆਂ ਹੀ ਨਹੀਂ ਗਿਣੀਆਂ ਜਾਂਦੀਆਂ, ਕਿੰਨੀਆਂ ਕੁ ਹੋਊਗੀਆਂ। ਮੱਛਰ ਹੀ ਕਿੰਨੇ ਜਮ ਮਰ ਜਾਂਦੇ ਆ, ਕਿੰਨੀਆਂ ਗਟਾਰਾਂ ਨੇ, ਕਿੰਨੇ ਕਾਂ ਨੇ, ਕਿੰਨੀਆਂ ਜੂਨਾਂ ਸਮੁੰਦਰ ਦੇ ਵਿੱਚ, ਉਹਨਾਂ ਦੀਆਂ ਕਿੰਨੀਆਂ ਗਿਣਤੀਆਂ। ਹੇ ਵਾਹਿਗੁਰੂ, ਤੂੰ ਸਭ ਨੂੰ ਵੇਖ ਰਿਹਾ ਹੈ, ਸਭ ਦੀ ਸੰਭਾਲ ਕਰ ਰਿਹਾ ਹੈ, ਆਪਣੇ ਹੁਕਮ ਵਿੱਚ ਸਭ ਕੁਝ ਚਲਾ ਰਿਹਾ ਹੈ। ਵਰਤਾ ਤਾਕੋ ਤਾਕ। ਤਾਕੋ ਤਾਕ, ਇੱਕੋ ਇੱਕ ਆਪ ਹੀ ਵਰਤ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਰਤੈ ਤਾਕੋ ਤਾਕ। ਤੱਕਣਾ ਕਰੋ ਆਪਣੀਆਂ ਅੱਖਾਂ ਨਾਲ, ਸ਼ੇਖ ਬ੍ਰਹਮ ਵੇਖ, ਉਹਦੇ ਤੋਂ ਬਿਨਾਂ ਕੋਈ ਹੋਰ ਹੈ।
ਤੇ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਆਤਮਿਕ ਦ੍ਰਿਸ਼ਟੀ ਦੀ ਨਿਗਾਹ ਦੇ ਕੇ ਦਿਵ ਦ੍ਰਿਸ਼ਟੀ ਜਗਾ ਕੇ ਕਹਿਣ ਵੇਖ ਸ਼ੇਖ ਬ੍ਰਹਮ ਵਾਹਿਗੁਰੂ ਤੋਂ ਬਿਨਾਂ ਕੋਈ ਹੈ। ਸ਼ੇਖ ਬ੍ਰਹਮ ਸਤਿਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ, ਮਹਾਰਾਜ ਮੈਨੂੰ ਤਾਂ ਤੁਹਾਥੋਂ ਬਿਨਾਂ ਕੋਈ ਹੋਰ ਨਹੀਂ ਬ੍ਰਹਮ ਦਿਸਦਾ। ਮਹਾਰਾਜ ਤੁਸੀਂ ਸਾਰੇ ਆਕਾਰ ਧਾਰਨ ਕੀਤੇ ਹੋਏ ਹੈ, ਤੁਸੀਂ ਆਪ ਹੀ ਬ੍ਰਹਮ ਰੂਪ ਹੋ। ਸ਼ੇਖ ਬ੍ਰਹਮ ਸਤਿਗੁਰਾਂ ਦੇ ਚਰਨੀ ਪੈ ਕੇ ਨਿਹਾਲ ਹੋਏ ਸੀ। ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਨੇ ਤੱਕ ਸ਼ੇਖ ਬ੍ਰਹਮ ਵੇਖ ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਨਹੀਂ। ਉਹੀ ਕੁਦਰਤ ਕਰਕੇ ਸਾਰੀ ਸ਼ਕਤੀ ਵਰਤਾ ਕੇ ਇੱਕ ਰੂਪ ਤੋਂ ਬਹੁਤੇ ਰੂਪ ਹੋ ਰਿਹਾ ਹੈ। ਪੌੜੀ। ਹਾਂਜੀ, ਹੁਣ ਪੌੜੀ ਚ ਮਹਾਰਾਜ ਕਹਿੰਦੇ ਆ, ਕਿਹਾ ਨਾ ਕੁਦਰਤ ਨੇਕੀਆਂ ਕੁਦਰਤ ਬਦੀਆਂ। ਹੁਣ ਸੁਣੋ ਮਹਾਰਾਜ ਪੌੜੀ ਚ ਦੱਸਦੇ ਆ ਸਤਿਗੁਰੂ ਜੀ ਪਰਮੇਸ਼ਰ ਦਾ ਬਣਾਇਆ ਵਿਧੀ ਵਿਧਾਨ ਗਰੀਬ ਨਵਾਜ਼ ਦੱਸਦੇ ਆ। ਆਪੀ ਨਾ ਭੋਗ ਭੋਗ ਕਾ। ਮਹਾਰਾਜ ਜੀ ਕਹਿੰਦੇ ਆਪੀ ਨਾ ਭੋਗ ਭੋਗ ਕਾ। ਇਹ ਜੀਵ ਭੋਗਾਂ ਨੂੰ ਭੋਗਦਾ, ਵਿਸ਼ਿਆਂ ਦੇ ਵਿੱਚ ਲੱਗਾ ਰਹਿੰਦਾ, ਰਾਤ ਦਿਨ ਇਹਨੂੰ ਇਹੀ ਫੁਰਨੇ ਰਹਿੰਦੇ ਆ ਕਿ ਬੜਾ ਆਨੰਦ ਹੈ ਵਿਸ਼ਿਆਂ 'ਚ। ਖਾਣ ਦੇ ਭੋਗਾਂ 'ਚ ਇੰਨਾ ਫਸਿਆ ਹੋਇਆ ਕਿ ਛੱਡ ਹੀ ਨਹੀਂ ਪਾਉਂਦਾ। ਮਹਾਰਾਜ ਕਹਿੰਦੇ ਭੁਲੇਖਾ ਇਹਨੂੰ ਇਹ ਹੈ ਕਿ ਮੈਂ ਭੋਗਾਂ ਨੂੰ ਭੋਗ ਰਿਹਾ, ਮੂਰਖ ਭੋਗ ਹੀ ਇਹਨੂੰ ਭੋਗ ਰਹੇ ਆ। ਦੇਹ ਨੂੰ ਭੋਗ ਜਾਂਦੇ ਆ, ਭੋਗ ਦੰਦ ਰਹਿੰਦੇ ਨਹੀਂ ਪਰ ਸਵਾਦ ਥੋੜ੍ਹਾ ਹਟਦਾ ਹੈ। ਤੇ ਸਾਧ ਸੰਗਤ ਜੀ ਨਿਗਾਹ ਰਹਿੰਦੀ ਨਹੀਂ ਪਰ ਵੇਖਣ ਦੀ ਇਹਨੂੰ ਜਿਹੜੀ ਹੈ ਨਾ ਕਸਸ ਰਹਿੰਦੀ ਹੈ। ਨਿਗਾਹ ਚਲੀ ਜਾਂਦੀ ਹੈ ਫਿਰ ਵੀ ਰੂਪ ਵੇਖਣ ਦਾ ਸ਼ਿਕਾਰੀ ਰਹਿੰਦਾ ਹੈ। ਕੰਨਾਂ 'ਚ ਸੁਣਨ ਦੀ ਜੋਤ ਚਲੀ ਜਾਂਦੀ ਹੈ, ਜਿਹੜੀ ਸੁਣਨ ਸ਼ਕਤੀ ਚਲੀ ਜਾਂਦੀ ਹੈ। ਕਈ ਬਜ਼ੁਰਗ ਨਾ ਐਡੀ ਬਿਰਧ ਅਵਸਥਾ 'ਚ ਘਰਦਿਆਂ ਤੋਂ ਚੋਰੀ ਰੇਡੀਓ ਤੇ ਲਾ ਕੇ ਗੰਦੇ ਗੀਤ ਸੁਣਦੇ ਰਹਿੰਦੇ ਆ। ਵਾਸ਼ਨਾ ਨਹੀਂ ਜਾਂਦੀ ਹੈ ਅੰਦਰੋਂ। ਮਹਾਰਾਜ ਕਹਿੰਦੇ ਆਪੀ ਨੇ ਭੋਗ ਭੋਗ ਕੈ। ਆਪੀ ਨੇ ਆਪ ਜਿਹੜੇ ਤੂੰ ਭੋਗ ਭੋਗੇ ਆ ਨਾ, ਤੇ ਜਦੋਂ ਭੋਗ ਭੋਗ ਕੇ ਆਨੰਦ ਲਏ ਤੇ ਸੁਣ ਧਿਆਨ ਦੇ ਨਾਲ ਕੀ ਹੋਊਗਾ। ਹੋਏ ਭਸਮੜ ਭੌਰ ਸਿਧਾਇਆ। ਜਦੋਂ ਤੂੰ ਭਸਮ ਦਾ ਮੜਾ ਬਣ ਗਿਆ ਨਾ, ਭਾਵ ਭਸਮ ਦੀ ਢੇਰੀ ਹੋ ਗਿਆ। ਹੋਏ ਭਸਮੜ ਭੌਰ ਸਿਧਾਇਆ। ਭੌਰ ਜਿਹੜਾ ਤੇਰਾ ਜੀਵ ਆਤਮਾ ਹੈ ਨਾ, ਜਿਨੇ ਕਾਮ ਨੂੰ ਭੋਗਿਆ, ਜਿਨ ਕ੍ਰੋਧ ਨੂੰ ਭੋਗਿਆ, ਹੰਕਾਰ ਕੀਤਾ ਹੈ, ਫਿਰ ਪਰਲੋਕ ਨੂੰ ਸਿਧਾਇਆ। ਫਿਰ ਚੱਲਿਆ ਦੇਹ ਨੂੰ ਛੱਡ ਕੇ, ਜਦੋਂ ਦੇਹ ਭਸਮ ਦੀ ਢੇਰ ਹੋ ਗਈ। ਵੱਡਾ ਹੋਵਾ ਦੁਨੀਦਾਰ। ਵੱਡਾ ਹੋਵਾ ਦੁਨੀਦਾਰ। ਇੱਥੇ ਤੇ ਕਹਿੰਦਾ ਸੀ ਮੈਂ ਐਮਐਲਏ ਆ ਤੇ ਮੈਨੂੰ ਜਹਾਜ਼ ਵਿੱਚ ਵੱਖਰੀ ਸੀਟ ਚਾਹੀਦੀ ਸੀ, ਮੇਰੇ ਅੱਗੇ ਸਲੂਟ ਕਿਉਂ ਨਹੀਂ ਮਾਰਿਆ, ਮੈਨੂੰ ਹਾਰ ਕਿਉਂ ਨਹੀਂ ਪਾਏ। ਵੱਡਾ ਹੋਵਾ ਦੁਨੀਦਾਰ ਕਿ ਅਸੀਂ ਵੱਡੇ ਅਮੀਰ ਆ, ਅਸੀਂ ਇੰਨਾ ਦਾਨ ਕੀਤਾ, ਸਾਡਾ ਅਰਦਾਸ 'ਚ ਨਾ ਕਿਉਂ ਨਹੀਂ ਬੋਲਿਆ। ਬਹੁਤ ਵੱਡੇ ਦੁਨੀਦਾਰ। ਅੱਗੇ ਭੱਜ ਭੱਜ ਕੇ ਲੋਕ ਇੱਧਰ ਉੱਧਰ ਖੁਸ਼ਾਮਦ ਕਰਨ ਵਾਲੇ ਖਹਿੜਾ ਨਹੀਂ ਛੱਡਦੇ। ਮਹਾਰਾਜ ਕਹਿੰਦੇ ਭਾਵੇਂ ਇੱਥੇ ਵੱਡਾ ਹੋਵਾ ਦੁਨੀਦਾਰ, ਬਹੁਤ ਜ਼ਿਆਦਾ ਦੁਨੀਆਦਾਰ ਹੈ, ਬਹੁਤ ਜ਼ਿਆਦਾ ਅੱਗੇ ਪਿੱਛੇ ਉਹਦੇ ਮਾਇਆ ਦਾ ਹੀ ਪਸਾਰਾ ਇੰਨਾ ਜ਼ਿਆਦਾ, ਸਲਾਮਾਂ ਕਰਨ ਵਾਲਿਆਂ ਦਾ ਪਤਾ ਨਹੀਂ ਲੱਗਦਾ, ਖੁਸ਼ਾਮਦ ਕਰਨ ਵਾਲਿਆਂ ਦੀ ਕੋਈ ਗਿਣਤੀ ਨਹੀਂ। ਇੰਨੇ ਜ਼ਿਆਦੇ ਪਦਾਰਥ ਹੈ, ਵਰਤਿਆਂ ਵੀ ਮੁੱਕਦੇ ਨਹੀਂ। ਵੱਡਾ ਜ਼ਿਆਦਾ ਮਾਇਆ ਦਾ ਪਸਾਰਾ ਪਦਾਰਥਾਂ ਦਾ ਹੈ। ਗਲ ਸੰਗਲ ਘੱਤ ਚਲਾਇਆ। ਪਰ ਜਿਹੜੇ ਭੋਗ ਭੋਗੇ ਹੀ ਨਾ, ਮਹਾਰਾਜ ਕਹਿੰਦੇ ਗਲ ਵਿੱਚ ਉਹਨਾਂ ਸੰਗਲ ਘੱਤ ਲੈਣਾ, ਫਿਰ ਭਾਵ ਪਾ ਲੈਣਾ ਹੈ। ਤੇ ਗਲ ਸੰਗਲ ਘੱਤ ਚਲਾਇਆ, ਮਾਰ ਕੇ ਉਹਨਾਂ ਸੋਟਾ ਜਮ ਡੰਡਾ ਗਲ ਸੰਗਲ ਪੜਿਆ। ਭਾਗ ਗਏ ਸੇ ਪੰਚ ਜਨਾ। ਫਿਰ ਤੂੰ ਕਹਿਣਾ ਉਸ ਸਮੇਂ ਇਹ ਕਾਮ ਦਾ ਕਸੂਰ ਹੈ, ਕਾਮ ਤੇ ਕ੍ਰੋਧ ਨੇ ਪੰਜਾਂ ਵਕਾਰਾਂ ਨੇ ਵੱਖ ਹੋ ਜਾਣਾ। ਭਾਗ ਗਏ ਸੇ ਪੰਜ ਜਨਾ। ਉਹਨੇ ਕਹਿਣਾ ਸਾਡਾ ਕੀ ਕਸੂਰ ਹੈ, ਤੇਰਾ ਕਸੂਰ ਹੈ ਸਾਰਾ, ਤੂੰ ਕਿਉਂ ਭੋਗਿਆ, ਸੁਣਿਆ ਨਹੀਂ ਸੀ ਸੰਗਤ ਵਿੱਚ ਤੂੰ, ਸਾਡਾ ਕੀ ਕਸੂਰ ਹੈ, ਤੂੰ ਭੋਗਿਆ ਸਾਨੂੰ। ਇਉਂ ਫਿਰ ਮਹਾਰਾਜ ਕਹਿੰਦੇ ਭਾਈ ਨਾਨਕ ਔਗਣ ਜੇਤੜੇ ਤੇ ਤੇ ਗਲੀ ਜੰਜੀਰ। ਉਨੀਆਂ ਜੰਜੀਰਾਂ ਉਹਨੇ ਸੰਗਲ ਪੈਂਦੇ ਜਿੰਨਾ ਵੱਡਾ ਤੂੰ ਦੁਨੀਦਾਰ ਬਣਿਆ ਫਿਰਦਾ ਨਾ, ਤੇ ਹੰਕਾਰ ਕਰਦਾ ਤੇ ਗਰੀਬਾਂ ਨੂੰ ਮਾਰਦਾ ਹੈ, ਲਹੂ ਚੂਸਦਾ ਹੈ ਗਰੀਬਾਂ ਉੱਪਰ। ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਫਿਰ ਅੱਗ ਤਿਆਰ ਹੀ ਆ, ਅੱਗੇ ਭੱਠੇ ਤਿਆਰ ਹੀ ਆ। ਤੂੰ ਇਹ ਸੋਚ ਲੈ ਹਿਸਾਬ ਨਾਲ ਹੀ ਗਰੀਬਾਂ ਨੂੰ ਠੁੱਡੇ ਮਾਰਿਆ ਕਰ, ਲੇਖਾ ਦੇਣਾ ਪਏਗਾ। ਮਹਾਰਾਜ ਜੀ ਕਹਿੰਦੇ ਭਾਈ ਗਲ ਵਿੱਚ ਸੰਗਲ ਪਾ ਕੇ ਫਿਰ ਅੱਗੇ ਤੋਰ ਲੈਂਦੇ ਆ ਅਪਰਾਧੀਆਂ ਵਾਂਗ। ਅੱਗਾ ਕਰਨੀ ਕੀਰਤ ਵਾਚੀਆ। ਅੱਗੇ ਫਿਰ ਦਫ਼ਤਰ ਵਿੱਚ ਜਾਇਆ ਜਾਂਦਾ ਹੈ। ਪਹਿਲਾਂ ਅੱਗਾ ਕਰਨੀ ਕੀਰਤ ਵਾਚੀ ਹੈ। ਅੱਗੇ ਜਿਹੜੀ ਤੂੰ ਕਰਨੀ ਕੀਤੀ ਹੈ ਨਾ, ਪਰਲੋਕ ਵਿੱਚ ਜਦੋਂ ਲਿਜਾਇਆ ਜਾਂਦਾ ਨਾ, ਮਾਰ ਕੇ ਸੰਗਲ ਸਾਹਮਣੇ ਕਰਦੇ ਆ ਖੜਾ, ਤੇ ਧਰਮ ਰਾਜਾ ਫਿਰ ਬੈਠਾ ਹੁੰਦਾ ਸਾਹਮਣੇ ਤਖਤ ਦੇ ਉੱਤੇ ਬੈਠਾ ਹੋਇਆ। ਫਿਰ ਕੀਰਤ ਜਿਹੜੀ ਉਹਨੇ ਕੀਤੀ ਹੈ ਨਾ ਕਰਨੀ, ਬਹਿ ਮਹਾਰਾਜ ਕਹਿੰਦੇ ਫਿਰ ਪੜੋ। ਅੱਗਾ ਕਰਨੀ ਕੀਰਤ ਵਾਚੀਆ। ਪੂਰੀ ਪੜ੍ਹ ਦਿਓ ਪੰਕਤੀ, ਉਹ ਅਗਲੀ ਪੂਰੀ ਪੜ੍ਹ ਦਿਓ। ਵੱਡਾ ਹੋਵਾ ਦੁਨੀਦਾਰ। ਅਗਲੀ ਪੰਕਤੀ ਪੂਰੀ ਪੜੋ।
ਅੱਗਾ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ। ਬਹਿ ਲੇਖਾ ਕਰ ਸਮਝਾਇਆ। ਧਰਮ ਰਾਜਾ ਬੈਠਾ ਹੋਇਆ ਨਾ, ਉਹਨੇ ਫਿਰ ਲੇਖਾ ਕਰਕੇ ਸਮਝਾਇਆ ਵੀ ਆ ਬੱਚੂ, ਹੁਣ ਤੂੰ ਸੋਚਦਾ ਸੀ ਨਾ ਕਿ ਮੈਨੂੰ ਕੋਈ ਨਹੀਂ ਵੇਖਦਾ, ਆਹ ਵੇਖ ਤੂੰ ਆਹ ਕਰਨੀ ਤੈਂ ਕੀਤੀ ਹੈ ਨਾ, ਸ਼ਰਮਿੰਦਾ ਹੁੰਦਾ। ਫਿਰ ਵੇਖੋ ਲੁਕ ਲੁਕ ਕੇ ਜੀਵ ਕਿੰਨੇ ਪਾਪ ਕਰਦਾ। ਹੁਣ ਤੂੰ ਆਪਣੇ ਮਨ 'ਚ ਝਾਤੀ ਮਾਰ ਕੇ ਜਿਹੜੀਆਂ ਤੇਰੇ ਅੰਦਰ ਕਰਤੂਤਾਂ ਨੇ, ਜਿਹੋ ਜਿਹੇ ਫੁਰਨੇ ਤੂੰ ਕਰਦਾ ਹੈ, ਤੇ ਜੇ ਕਿਸੇ ਤੇਰੇ ਨਾਲ ਦੇ ਨੂੰ ਪਤਾ ਲੱਗੇ ਤੇ ਉਹ ਕਹੇ ਓਹੋ ਤੂੰ ਇੰਨਾ ਬੁਰਾ ਹੈ, ਤੇਰੇ ਲਾਗੇ ਬੈਠਣਾ ਨਾ ਕੋਈ ਪਸੰਦ ਕਰੇ, ਤੇ ਛੱਡ ਦੇ ਇਸ ਔਗਣਾਂ ਦੇ ਸਾਰੇ ਪਸਾਰੇ ਨੂੰ, ਛੱਡ ਦੇ ਇਹਨਾਂ ਭੈੜੇ ਫੁਰਨਿਆਂ ਨੂੰ। ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਲੈ, ਮਹਾਰਾਜ ਦੀ ਸੰਗਤ ਦੀ ਸ਼ਰਨ ਪੈ ਜਾ, ਨਹੀਂ ਤੇ ਪਰਲੋਕ ਵਿੱਚ ਮਹਾਰਾਜ ਕਹਿੰਦੇ ਨੇ ਅੱਗਾ ਕਰਨੀ ਕੀਰਤ ਵਾਚੀ ਹੈ। ਕੀਰਤ ਕਹਿੰਦੇ ਨੇ ਵਡਿਆਈ ਨੂੰ, ਵੀ ਜਿੰਨੀ ਤੇਰੀ ਵਡਿਆਈ ਹੋਈ ਹੈ, ਜਿੰਨੇ ਤੂੰ ਚੰਗੇ ਕਰਮ ਕੀਤੇ ਆ ਉਹ ਵੀ ਵਾਚ ਲੈਣੇ, ਉਹਨਾਂ ਨੇ ਵਾਚਣੇ ਹੁੰਦੇ, ਵੇਖਣੇ, ਲੇਖਾ ਜੋਖਾ ਕਰਨਾ। ਤੇ ਫਿਰ ਸਾਰਾ ਲੇਖਾ ਕਰਕੇ ਜਮਾ ਘਟਾਓ, ਜੋ ਕਰਨੀ ਹੈ, ਜੋ ਗੁਣਾ ਤਕਸੀਮ ਕਰਨੀ ਹੈ, ਸਭ ਲੇਖਾ। ਧਰਮ ਰਾਜਾ ਬੈਠਾ ਡਰ ਰਿਹਾ, ਉਹ ਆਪ ਹੁਕਮ 'ਚ ਵੱਜਾ ਹੈ, ਉਹ ਨਹੀਂ ਕਿਸੇ ਨਾਲ ਵੱਧ ਘੱਟ ਕਰਦਾ। ਆਇਆ ਸੀ ਨਾ ਪਿੱਛੇ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜੱਜ ਮਾਲਿਆ। ਮਹਾਰਾਜ ਕਹਿੰਦੇ ਫਿਰ ਉੱਥੇ ਕੱਢ ਕੇ ਵੱਖ ਰੱਖ ਦੇਣੇ। ਜਿਹੜਾ ਤੂੰ ਪੂਜਾ ਦਾ ਧਾਨ ਖਾਧਾ ਹੈ ਨਾ, ਉਹ ਸਾਰਾ ਤੈਨੂੰ ਦੱਸਣਾ ਉਹਨਾਂ ਵੀ ਆਹ ਤੂੰ ਕੀਤਾ ਹੈ। ਫਿਰ ਮਹਾਰਾਜ ਜੀ ਕਹਿੰਦੇ ਬਹਿ ਕੇ ਧਰਮ ਰਾਜਾ ਸਾਰਾ ਸਮਝਾਉਂਦਾ ਹੈ ਕਿ ਵੀ ਆਹ ਹੁਣ ਇੰਨੀ ਵਾਰੀ ਤੈਨੂੰ ਅੱਗ 'ਚ ਸਾੜਿਆ ਜਾਣਾ ਹੀ, ਇੰਨੀ ਵਾਰੀ ਤੇਰੇ ਹੱਥ ਕੱਟੇ ਜਾਣੇ ਹੈ, ਇੰਨੀ ਵਾਰੀ ਤੇਰੇ ਨੱਕ 'ਚ ਨੱਥ ਪਾ ਕੇ ਤੈਨੂੰ ਜੱਕੇ ਅੱਗੇ ਵਾਹਿਆ ਜਾਣਾ ਹੈ, ਤੇ ਇਹ ਕਰਮ ਦੀ ਤੈਨੂੰ ਆਹ ਸਜ਼ਾ ਮਿਲੇਗੀ। ਉਦੋਂ ਫਿਰ ਤੇਰੀ ਰੂਹ ਕੰਬ ਉੱਠਦੀ ਹੈ, ਤੇ ਉਦੋਂ ਫਿਰ ਬਹੁਤ ਕੀਰਨੇ ਪਾਵੇਂਗਾ, ਤਰਲੇ ਪਾਵੇਂਗਾ। ਮਹਾਰਾਜ ਅਗਲੀ ਪੰਕਤੀ 'ਚ ਦੱਸਦੇ ਆ, ਥਾਉ ਨਾ ਹੋਵੀ ਪੌਦੀ। ਪੌਦੀ ਕਹਿੰਦੇ ਆ ਚਰਨਦਾਸੀ ਨੂੰ। ਚਰਨਦਾਸੀ ਕਿਹਨੂੰ ਕਹਿੰਦੇ ਆ? ਗੁਰੂ ਘਰ 'ਚ ਤਾਂ ਪਤਾ ਲੱਗ ਜਾਂਦਾ, ਜਿਹੜੇ ਸੰਗਤ ਕਰਦੇ ਆ। ਚਰਨਦਾਸੀ ਕਹਿੰਦੇ ਜੁੱਤੀ ਨੂੰ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਥਾਉ ਨਾ ਹੋਈ ਪੌਦੀ। ਫਿਰ ਤੈਨੂੰ ਜੁੱਤੀਆਂ ਪੈਂਦੀਆਂ, ਇੰਨੀਆਂ ਜੁੱਤੀਆਂ ਪੈਣੀਆਂ ਕਿ ਤੈਨੂੰ ਲੁਕਣ ਨੂੰ ਥਾਂ ਨਹੀਂ ਮਿਲਣੀ, ਕੋਈ ਕਿਹੜੀ ਨੁੱਕਰ 'ਚ ਵੜਾਂ। ਜਦੋਂ ਚੰਦੂ ਨੂੰ ਮਹਾਰਾਜ ਸਾਹਿਬ ਜੀ ਨੇ ਪਕੜਿਆ ਸੀ ਨਾ ਦਿੱਲੀ, ਤੇ ਭਾਈ ਪੁਰਾਣੇ ਨੇ ਉਹਦੀਆਂ ਮੁਸ਼ਕਾਂ ਬੰਨ੍ਹ ਕੇ ਦਿੱਲੀ ਦੇ ਸਿੱਖ ਵੇਖਦੇ ਡਰਦੇ ਨਹੀਂ ਸੀ, ਲਾਗੇ ਆ ਰਹੇ ਵੀ ਏਡਾ ਦੀਵਾਨ ਬਾਦਸ਼ਾਹ ਦਾ। ਹੁਣ ਰਾਸ਼ਟਰਪਤੀ ਨੂੰ ਕੋਈ ਬਾਹਾਂ ਬੰਨ੍ਹ ਕੇ ਕਹੇ ਵੀ ਆਓ ਸਿੱਖੋ ਇਹਦੇ ਜੁੱਤੀਆਂ ਮਾਰੋ, ਡਰਦੇ ਨਹੀਂ, ਕਈ ਲਾਗੇ ਆਉਂਦੇ ਵੀ ਐਵੇਂ ਫਸ ਜਾਾਂਗੇ, ਫਿਰ ਫੜੇ ਲੈ ਜਾਵਾਂਗੇ। ਭਾਈ ਪੁਰਾਣੇ ਨੇ ਨਾ ਉਹਦੇ ਜੁੱਤੀ ਮਾਰੀ ਸਿਰ 'ਚ ਪਹਿਲਾਂ ਚੰਦੂ ਦੇ, ਤੇ ਸਿੱਖਾਂ ਨੂੰ ਆਖਿਆ ਵੀ ਜਿਨ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਲੈਣੀ ਹੈ, ਆਓ ਇਹਦੇ ਸਿਰ 'ਚ ਜੁੱਤੀਆਂ ਮਾਰੋ। ਤੇ ਉਹ ਕਈਆਂ ਨੇ ਵਿਚਾਰਿਆਂ ਨੇ ਮਾਰਨੀ ਸੀ, ਥਾਂ ਹੀ ਨਹੀਂ ਮਿਲਦਾ, ਉਹਦੇ ਸਿਰ ਤੇ ਇੰਨੀਆਂ ਜੁੱਤੀਆਂ ਪੈਣ ਲੱਗ ਪਈਆਂ। ਵੱਧ ਕੇ ਸਿੱਖ ਆਉਣ ਲੱਗੇ, ਇੰਨੀਆਂ ਜੁੱਤੀਆਂ ਪੈਂਦੀਆਂ, ਕਈ ਵਿਚਾਰਿਆਂ ਦਾ ਉਹ ਥਾਂ ਹੀ ਨਹੀਂ ਮਿਲਿਆ ਉਹਨਾਂ ਨੂੰ ਜੁੱਤੀ ਮਾਰਨ ਵਾਸਤੇ, ਥਾਂ ਖਾਲੀ ਹੋਵੇ, ਸਿਰ ਤੇ ਤਾਂ ਵੱਜੇ ਨਾ। ਇੰਨੇ ਸਿੱਖਾਂ ਨੂੰ ਚਾਅ ਚੜਿਆ। ਫਿਰ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਕਿੰਨ ਨਹੀਂ ਲੈਣੀ ਬਈ, ਸਿੱਖ ਨੂੰ ਤਾਂ ਸਤਿਗੁਰੂ ਦੀ ਖੁਸ਼ੀ ਚਾਹੀਦੀ ਹੈ। ਮਹਾਰਾਜ ਕਹਿੰਦੇ ਪ੍ਰਲੋਕ 'ਚ ਇਹ ਹਾਲਤ ਹੋਣੀ ਹੈ ਫਿਰ ਚੰਦੂ ਵਾਲੀ। ਥਾਉ ਨਾ ਹੋਈ ਪੌਦੀ, ਪੌਦੀ ਤੈਨੂੰ ਜੁੱਤੀਆਂ ਪੈਂਦਿਆਂ ਹੋਇਆਂ ਕੋਈ ਲੁਕਣ ਨੂੰ ਥਾਂ ਨਹੀਂ ਲੱਭੇਗੀ। ਹੁਣ ਸੁਣੀਐ ਕਿਆ ਰੁਆਇਆ। ਫਿਰ ਤੂੰ ਡਾਡਾਂ ਮਾਰਨੀਆਂ ਨੇ, ਜੰਮ ਕਹਿਣਗੇ ਉਹ ਕੀ ਕਰੀਏ, ਤੂੰ ਇੰਨਾ ਜ਼ਿਆਦਾ ਰੋਈ ਜਾਂਦਾ, ਰੁਆਇਆ ਪੁਕਾਰਾਂ ਕਰਦਾ। ਤੇ ਪੁਕਾਰ ਕਰਨੀ ਸੀ ਤੇ ਉੱਥੇ ਕਰਦਾ ਗੁਰੂ ਸਮਰੱਥ ਦੇ ਸਾਹਮਣੇ। ਸਤਿਗੁਰੂ ਤੇਰੀ ਪੁਕਾਰ ਸੁਣ ਕੇ ਤੇਰੇ ਔਗਣ ਹੀ ਕੱਟ ਦਿੰਦੇ। ਮਹਾਰਾਜ ਮਿਹਰ ਕਰਦੇ, ਲੈ ਵੀ ਸਾਨੂੰ ਤਾਂ ਜੁੱਤੀਆਂ ਮਾਰਨ ਦਾ ਹੁਕਮ ਹੈ, ਖਾਣੀਆਂ ਤੈਨੂੰ ਪੈਣੀਆਂ ਹੈ। ਉਹ ਫਿਰ ਅੱਗੋਂ ਇਹ ਕਹਿੰਦੇ ਵੀ ਸਾਨੂੰ ਹੁਕਮ ਹੈ ਹੁਣ ਤੈਨੂੰ ਆਰੇ ਨਾਲ ਚੀਰਨਾ ਹੀ, ਤੇ ਚੀਰਨਾ ਤੂੰ ਜਿੰਨਾ ਮਰਜ਼ੀ ਕੀਰਨੇ ਪਾ। ਹੁਣ ਸੁਣੀਆਂ ਕਿਆ ਰੂ ਆਇਆ, ਕਿੰਨੇ ਸੁਣਨਾ ਹੁਣ ਤੇਰਾ ਰੋਇਆ ਪਿੱਟਣਾ, ਚੀਕਾਂ ਮਾਰੀਆਂ ਕਿਸੇ ਨਹੀਂ ਸੁਣਨੀਆਂ, ਜਿੰਨੀਆਂ ਮਰਜ਼ੀ ਮਾਰ ਲੈ। ਤੇ ਜੇ ਚੀਕਾਂ ਮਾਰਨੀਆਂ ਰੋਣਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੋ ਪਾਓ, ਮਹਾਰਾਜ ਦੇ ਸਾਹਮਣੇ ਹੱਥ ਜੋੜ ਲੈ, ਸਤਿਗੁਰੂ ਜੀ ਅਬ ਕੀ ਬਾਰ ਬਖਸ਼ ਬੰਦੇ ਕੋ, ਤੌਬਾ ਮਹਾਰਾਜ ਅੱਗੇ ਤੋਂ ਪਾਪ ਨਹੀਂ ਕਰਾਂਗਾ। ਸੱਚੇ ਪਾਤਸ਼ਾਹ ਜੀ ਬਚਾ ਲਓ ਮੈਨੂੰ ਬਦੀਆਂ ਤੋਂ, ਬਚਾ ਲਓ ਪਾਪਾਂ ਤੋਂ ਮਹਾਰਾਜ, ਮੈਂ ਨਹੀਂ ਮੁੜ ਸ਼ਰਾਬ ਪੀਂਦਾ, ਮੈਂ ਨਹੀਂ ਮਹਾਰਾਜ ਵੇ ਵਿਚਾਰ ਕਰਦਾ, ਮੈਨੂੰ ਸਿੱਖੀ ਦੇ ਦਿਓ। ਜੇ ਹੁਣ ਵੀ ਲੜ ਲੱਗ ਗਿਓ ਨਾ ਤਾਂ ਸਤਿਗੁਰੂ ਤੇਰੇ ਕਾਗਜ਼ ਹੀ ਸਾਫ਼ ਕਰ ਦੇਣਗੇ, ਪਰ ਤੂੰ ਮਨ ਦੀ ਇਕਾਗਰਤਾ ਨਾਲ, ਸੱਚੇ ਮਨ ਨਾਲ ਗੁਰੂ ਜੀ ਦੇ ਚਰਨ ਪਕੜ ਲੈ, ਨਹੀਂ ਤਾਂ ਮਹਾਰਾਜ ਜੀ ਕਹਿੰਦੇ ਵੇਖ ਲੈ ਪਰਲੋਕ ਦੀ ਹਾਲਤ ਦਿਖਾਉਂਦੇ ਸਤਿਗੁਰੂ ਜੀ।
ਥਾਉ ਨ ਭੋਵੀ ਪੌਦੀ। ਜੁੱਤੀਆਂ ਪੈਂਦਿਆਂ ਤੈਨੂੰ ਥਾਂ ਨਹੀਂ ਮਿਲਣੀ ਫਿਰ ਲੁਕਣ ਨੂੰ। ਹੁਣ ਸੁਣੀਐ ਕਿਆ ਰੁਆਇਆ। ਫਿਰ ਧਰਮ ਰਾਜਾ ਜਦੋਂ ਸਜ਼ਾ ਸੁਣਾਉਂਦਾ ਨਾ ਉੱਚੀ ਉੱਚੀ ਰੋ ਪੈਂਦਾ, ਮੈਨੂੰ ਬਖਸ਼ ਲਓ। ਧਰਮ ਰਾਜਾ ਕਹਿੰਦਾ ਮੈਂ ਤੇਰੀ ਹੁਣ ਰੁਆਇਆ ਪੁਕਾਰ ਕੀ ਸੁਣਾ, ਮੈਂ ਨਹੀਂ ਸੁਣ ਸਕਦਾ, ਕਿਉਂਕਿ ਪੁਕਾਰ ਤਾਂ ਤੇਰੀ ਨਿਰੰਕਾਰ ਹੀ ਸੁਣ ਸਕਦੇ ਸੀ। ਧਰਤੀ ਤੇ ਤੈਨੂੰ ਪੁਕਾਰਾਂ ਹੀ ਕਰਨ ਲਈ ਭੇਜਿਆ ਸੀ ਕਿ ਸਮਰੱਥ ਵਾਹਿਗੁਰੂ ਦੇ ਅੱਗੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਪੁਕਾਰ ਕਰਦਾ ਹੈ। ਪੁਕਾਰਨਾ ਹੈ। ਕਬੀਰ ਕੇਸੋ ਕੇਸੋ ਕੂਕੀਐ, ਪੁਕਾਰਨਾ ਹੈ ਨਾ ਸੋਈਐ ਆਸਾਰ। ਹੁਣ ਤਾਂ ਤੂੰ ਐ ਲੰਮੀਆਂ ਤਾਣ ਕੇ ਪਿਆਰ ਇੰਨਾ, ਕੋਈ ਠਾ ਵੀ ਦੇਵੇ ਤੇ ਲੜ ਪੈਣਾ ਉਹਦੇ ਨਾਲ, ਮੇਰੀ ਨੀਂਦ ਖਰਾਬ ਕਰ ਦਿੱਤੀ। ਪਰ ਵੇਖ ਲੈ ਉੱਥੇ ਨਹੀਂ ਉਹ ਪੁਕਾਰਾਂ ਸੁਣਨੀਆਂ, ਇੱਥੇ ਸੱਚੇ ਸਾਹਿਬ ਤੇਰਾ ਦਰਦ ਸੁਣ ਲੈਣਗੇ। ਮਨ ਅੰਧਾ ਜਨਮ ਗਵਾਇਆ। ਹਜੂਰ ਕਹਿੰਦੇ ਮਨ ਦਾ ਅੰਧਾ ਇਹਨੇ ਜਨਮ ਗਵਾ ਲਿਆ। ਨਾ ਅੰਦਰ ਬੁੱਧ ਰੂਪੀ ਨੇਤਰ ਹੈ ਤੇ ਨਾ ਸਾਧ ਸੰਗਤ ਜੀ ਮਨ ਰੂਪੀ ਨੇਤਰ ਹੈ। ਮਨ ਦੇ ਅੰਨੇ ਨੇ ਮਹਾਰਾਜ ਕਹਿੰਦੇ ਭਾਈ ਆਪਣਾ ਜੀਵਨ ਗਵਾ ਲਿਆ। ਸ਼ੇਖ ਬ੍ਰਹਮ ਇਸ ਤਰ੍ਹਾਂ ਦੀ ਹਾਲਤ ਜੀਆਂ ਦੀ ਹੋ ਰਹੀ ਹੈ। ਇਹ ਸੱਚੇ ਪਾਤਸ਼ਾਹ ਨੇ ਪੌੜੀ ਵਿੱਚ ਗਰੀਬ ਨਵਾਜ਼ ਦਰਸਾਇਆ ਹੈ। ਇੱਥੇ ਸਾਧ ਸੰਗਤ ਜੀ ਸ਼ਬਦ ਸੰਪੂਰਨ ਹੋਇਆ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਹਾਉ ਨਾ ਹੋਵੀ ਪੌਦੀ। ਹੁਣ ਸੁਣਿਆ ਕਿਆ ਰੁਆਇਆ। ਮਨ ਅੰਧੇ ਜਨਮ ਗਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।